ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਤੁਹਾਨੂੰ ਪਤਾ ਹੈ ਕਿ ਕਰੋਨਾ ਵਾਇਰਸ ਕਰਕੇ ਆਪਣੀਆਂ ਕਲਾਸਾਂ ਇਸ ਸੈਸ਼ਨ ਵਾਸਤੇ ਸ਼ਾਇਦ ਪੋਸੀਬਲ ਨਾ ਹੋਣ। ਬਾਕੀ ਜਦੋਂ ਤੱਕ ਸਰਕਾਰ ਦੀਆਂ ਆਪਣੀਆਂ ਇੰਸਟਰਕਸ਼ਨ ਨਹੀਂ ਆਉਂਦੀਆਂ ਉਨੇ ਤੱਕ ਹੀ ਤੁਹਾਡਾ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ, ਇਸ ਕਰਕੇ ਇਹ ਔਨਲਾਈਨ ਲੈਕਚਰ ਬਣਾਏ ਜਾ ਰਹੇ ਹਨ। ਜਿਹੜੇ ਔਨਲਾਈਨ ਲੈਕਚਰ ਬਣਾਵਾਂਗੇ ਉਹ ਅਸੀਂ YouTube 'ਤੇ ਅਪਲੋਡ ਕਰ ਦੇਵਾਂਗੇ ਅਤੇ ਤੁਸੀਂ ਉੱਥੋਂ ਦੇਖ ਸਕਦੇ ਹੋ। ਜੇ ਤੁਹਾਡੀ ਕੋਈ ਪ੍ਰੋਬਲਮ ਹੈਗੀਆਂ ਨੇ ਤਾਂ ਜਿਹੜੇ ਆਪਣੇ WhatsApp ਗਰੁੱਪ ਬਣੇ ਹੋਏ ਹਨ ਤੁਸੀਂ ਉਹਦੇ ਵਿੱਚ ਆਪਣੀ ਪ੍ਰੋਬਲਮ ਸ਼ੇਅਰ ਕਰ ਸਕਦੇ ਹੋ। ਚਲੋ, ਜੋ ਟੌਪਿਕ ਕਰਵਾਉਣਾ ਹੈ ਉਹ BSc ਫਾਈਨਲ ਈਅਰ ਦਾ ਸਮੈਸਟਰ 5ਵੇਂ ਦਾ ਅਲਜੈਬਰਾ 1 ਟੌਪਿਕ ਸ਼ੁਰੂ ਕਰਵਾਉਣਾ। ਇਹਦੇ ਵਿੱਚ ਆਪਾਂ ਨੇ ਫਸਟ ਚੈਪਟਰ ਸ਼ੁਰੂ ਕਰਨਾ ਹੈ ਗਰੁੱਪ। ਗਰੁੱਪ ਹੁੰਦਾ ਕੀ ਹੈ, ਚੈਪਟਰ ਸ਼ੁਰੂ ਕਿਵੇਂ ਹੋਊਗਾ। ਅਤੇ ਪਹਿਲਾਂ ਇਹ ਗੱਲ ਦੇਖ ਲਈ ਆਪਾਂ, ਕੋਈ ਵੀ ਨਵਾਂ ਟੌਪਿਕ ਸਟਾਰਟ ਹੁੰਦਾ ਹੈ ਉਹਦੀ ਸਟਾਰਟਿੰਗ ਮੇਨ ਇੰਪੋਰਟੈਂਟ ਹੁੰਦੀ ਹੈ। ਸਟਾਰਟਿੰਗ ਸਮਝ ਆਊਗੀ ਤਾਂ ਹੀ ਇੱਕ ਟੌਪਿਕ ਸਮਝ ਆਏਗਾ ਤੁਹਾਨੂੰ। ਇਸ ਲਈ ਸਟਾਰਟਿੰਗ ਧਿਆਨ ਨਾਲ ਦੇਖ ਲਿਓ, ਸਮਝ ਲਿਓ। ਇਹ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੇ ਟੌਪਿਕ ਪੜ੍ਹਨਾ ਹੈ ਓਪਰੇਸ਼ਨਸ। ਓਪਰੇਸ਼ਨਸ ਕੀ ਹੁੰਦੇ ਨੇ? ਮੋਸਟਲੀ ਆਪਾਂ 4 ਪ੍ਰਕਾਰ ਦੇ ਓਪਰੇਸ਼ਨ ਪੜ੍ਹੇ ਹਨ। ਓਪਰੇਸ਼ਨ ਹੈ ਕਿਹੜੇ? ਇੱਕ ਤਾਂ ਐਡੀਸ਼ਨ, ਸਬਟਰੈਕਸ਼ਨ, ਮਲਟੀਪਲੀਕੇਸ਼ਨ, ਡਿਵੀਜ਼ਨ। ਇਹ ਛੋਟੀ ਕਲਾਸ 'ਚ ਪੜ੍ਹਦੇ ਆ ਰਹੇ। ਜਿਵੇਂ 2+3 ਜਿਹੜਾ ਹੁੰਦਾ ਹੈਗਾ ਇਹ 5 ਹੁੰਦਾ। ਹੁਣ ਤੁਸੀਂ ਇਹ ਗੱਲ ਗੌਰ ਕਰੀਏ ਆਪਾਂ, ਜਿਵੇਂ 4+2 ਲੈ ਲਈਏ ਉਹ 6 ਹੁੰਦਾ ਹੈਗਾ। ਜੇ ਇਹ ਗੱਲ ਦੇਖੀਏ ਆਪਣਾ ਐਡੀਸ਼ਨ ਆਪਰੇਸ਼ਨ ਹੈਗਾ ਆਪਣੇ ਕੋਲ, ਇਹਨੂੰ ਅਪਲਾਈ ਕਰਨ ਵਾਸਤੇ ਇਹ ਜਿਹੜਾ ਇਹ ਆਪਰੇਸ਼ਨ 2 ਨੰਬਰਾਂ ਵਿੱਚ ਅਪਲਾਈ ਹੋਊਗਾ। ਜਿਵੇਂ ਤੁਸੀਂ ਕਹੋ ਕਿ 4+ ਕਿੰਨਾ ਹੋਊਗਾ, ਇਹਦਾ ਕੋਈ ਸੈਂਸ ਨਹੀਂ ਬਣਦਾ, ਕੋਈ ਮੀਨਿੰਗ ਨਹੀਂ ਹੈਗਾ। ਜਿਹੜਾ ਐਡੀਸ਼ਨ ਹੈਗਾ ਆਪਣੇ ਕੋਲ ਇਹ 2 ਨੰਬਰਾਂ ਦੇ ਵਿੱਚ ਐਪਲੀਕੇਬਲ ਹੋਊਗਾ। ਜਿਵੇਂ ਆਪਾਂ ਕਹਿ ਦਈਏ ਕਿ 4+7 ਇਹ ਸਹੀ ਆ, ਇਹਦਾ ਆਨਸਰ ਕਿੰਨਾ ਹੋਊਗਾ। ਉਵੇਂ ਸਬਟਰੈਕਸ਼ਨ ਵੀ 2 ਨੰਬਰਾਂ ਵਾਸਤੇ ਐਪਲੀਕੇਬਲ ਆ, ਐਡੀਸ਼ਨ ਮਲਟੀਪਲੀਕੇਸ਼ਨ ਵੀ 2 ਨੰਬਰਾਂ ਵਾਸਤੇ ਐਪਲੀਕੇਬਲ ਆ, ਅਤੇ ਡਿਵੀਜ਼ਨ ਵੀ 2 ਨੰਬਰਾਂ ਵਾਸਤੇ ਐਪਲੀਕੇਬਲ ਆ। ਹੁਣ ਇਹ ਆਪਰੇਸ਼ਨ ਅਪਲਾਈ ਕਰਨ ਵਾਸਤੇ ਆਪਾਂ ਨੂੰ 2 ਨੰਬਰ ਚਾਹੀਦੇ ਨੇ। 2 ਤੋਂ ਬਣਿਆ ਹੈਗਾ 22, ਤਾਂ ਇਸ ਨੂੰ ਕਹਾਂਗੇ ਜਿਹੜੇ ਆਪਰੇਸ਼ਨਸ ਨੇ 22 ਨੂੰ ਕਹਿੰਦੇ ਆਪਾਂ। ਇਹ 4 ਆਪਰੇਸ਼ਨ ਨੂੰ ਆਪਾਂ ਕਹਾਂਗੇ ਬਾਈਨਰੀ ਆਪਰੇਸ਼ਨਸ ਨੇ। ਮਤਲਬ ਕਿ ਜਿਹੜੇ ਇਹ ਆਪਰੇਸ਼ਨਸ ਹੈਗੇ ਨੇ ਇਹ ਆਪਰੇਸ਼ਨ 2 ਨੰਬਰਾਂ ਦੇ ਵਿੱਚ ਐਪਲੀਕੇਬਲ ਹੋਣਗੇ। ਤੁਹਾਡੇ ਦਿਮਾਗ 'ਚ ਇਹ ਆਊਗਾ ਕਿ ਇਹਦਾ ਸਾਰੇ ਆਪਰੇਸ਼ਨ ਫਿਰ ਬਾਈਨਰੀ ਹੁੰਦੇ ਨੇ। ਮੈਂ ਹਰੇਕ ਆਪਰੇਸ਼ਨ ਵਾਸਤੇ 2 ਨੰਬਰ ਚਾਹੀਦੇ ਨੇ ਆਪਾਂ ਨੂੰ। ਤਾਂ ਕਈ ਆਪਰੇਸ਼ਨ ਅਜਿਹੇ ਹੈਗੇ ਨੇ ਜਿਹੜੇ ਇੱਕ ਉੱਪਰ ਵੀ ਐਪਲੀਕੇਬਲ ਹੋ ਜਾਂਦੇ ਨੇ। ਜਿਵੇਂ ਸਕੇਅਰ ਆ, ਇਹ ਵੀ ਇੱਕ ਆਪਰੇਸ਼ਨ ਆ। ਜੇ ਤੁਸੀਂ ਇਹ ਸਕੇਅਰ ਨੂੰ ਅਪਲਾਈ ਕਰਨਾ, ਜਿਵੇਂ ਆਹ ਸਕੇਅਰ ਇੱਦਾਂ 2 ਪਾਉਂਦੇ ਆਪਾਂ ਛੋਟਾ ਜਿਹਾ ਉੱਪਰ, ਇਹ ਸਕੇਅਰ ਅਪਲਾਈ ਕਰਨ ਵਾਸਤੇ ਆਪਾਂ ਨੂੰ ਇੱਕੋ ਨੰਬਰ ਚਾਹੀਦਾ। 2 ਦਾ ਸਕੇਅਰ ਇਹ ਸਹੀ ਆ, ਇਹਨੂੰ 4 ਕਹਾਂਗੇ, ਇਹਦਾ ਮੀਨਿੰਗ ਬਣਦਾ। ਜਿਵੇਂ ਇਹਦਾ ਮੀਨਿੰਗ ਨਹੀਂ ਬਣਦਾ ਸੀਗਾ 4+ ਕਿੰਨਾ ਹੋਊਗਾ, ਉਵੇਂ ਇਹਦਾ ਮੀਨਿੰਗ ਬਣਦਾ ਹੈਗਾ ਇਹ ਸਹੀ ਆ ਬਿਲਕੁਲ। ਪਰ ਇਹਦਾ ਮੀਨਿੰਗ ਨਹੀਂ ਬਣਿਆ ਕਿ 2 3 ਦੇ ਉੱਪਰ ਸਕੇਅਰ ਪਾ ਤਾ ਆਪਾਂ, ਇਹਦਾ ਮੀਨਿੰਗ 2 ਨੰਬਰਾਂ ਸਕੇਅਰ ਕੋਈ ਮੀਨਿੰਗ ਨਹੀਂ ਹੈਗਾ। ਉਰੇ ਆਪਾਂ ਨੂੰ ਕੋਈ ਆਪਰੇਸ਼ਨ ਚਾਹੀਦਾ ਜਾਂ ਪਲੱਸ ਹੋਵੇ, ਮਤਲਬ ਕਿ ਨੰਬਰ 1 ਹੋਵੇ, 1 ਦਾ ਸਕੇਅਰ ਕਰ ਸਕਦੇ ਹਾਂ। ਐਵੇਂ ਕਿਊਬ ਆ, ਕਿਊਬ ਵੀ ਆਪਾਂ 1 ਵਾਸਤੇ ਅਪਲਾਈ ਕਰ ਸਕਦੇ ਹਾਂ। 2 ਦਾ ਕਿਊਬ = 8, 1 ਵਾਸਤੇ ਅਪਲਾਈ ਕਰ ਸਕਦੇ ਹੈਗੇ। ਤਾਂ ਜਿਹੜੇ ਆਪਰੇਸ਼ਨ 1 ਨੰਬਰ ਉੱਪਰ ਅਪਲਾਈ ਹੋਣ ਉਹਨਾਂ ਨੂੰ ਕਹਿੰਦੇ ਹੈਗੇ ਆ ਆਪਾਂ ਯੂਨਰੀ ਆਪਰੇਸ਼ਨਸ। ਇਹਦੀ ਫਿਲਹਾਲ ਆਪਾਂ ਨੂੰ ਲੋੜ ਨਹੀਂ ਹੈਗੀ, ਉਹਨੂੰ ਸਮਝਾਉਣ ਵਾਸਤੇ ਦੱਸਿਆ ਕਿ ਇੱਦਾਂ ਨਹੀਂ ਹੈ ਕਿ ਸਾਰੇ ਆਪਰੇਸ਼ਨ ਬਾਈਨਰੀ ਹੋਣਗੇ। ਇਹ ਯੂਨਰੀ ਆਪਰੇਸ਼ਨ ਵੀ ਹੋ ਸਕਦੇ ਨੇ, ਐਵੇਂ ਅੱਗੇ ਆਪਰੇਸ਼ਨ ਹੋਰ ਹੁੰਦੇ ਨੇ। ਆਪਣਾ ਜਿਹੜਾ ਮੇਨ ਕੰਸਰਨ ਹੈ ਇਸ ਚੈਪਟਰ ਦੇ ਵਿੱਚ ਉਹ ਹੈਗਾ ਬਾਈਨਰੀ ਆਪਰੇਸ਼ਨ ਦੇ ਉੱਪਰ। ਅੱਗੇ ਆਪਾਂ ਹੁਣ ਇਹਦੇ ਵਿੱਚ ਜਿਵੇਂ ਆਪਰੇਸ਼ਨਸ ਨੇ, ਆਪਰੇਸ਼ਨ ਜਿਹੜਾ ਮਰਜ਼ੀ ਹੋ ਸਕਦਾ ਹੈਗਾ। ਇਸ ਕਰਕੇ ਜੇ ਆਪਾਂ ਗਰੁੱਪ ਦੀ ਗੱਲ ਕਰਨੀ ਹੈਗੀ ਆਪਰੇਸ਼ਨ ਜਿਹੜਾ ਮਰਜ਼ੀ ਆ ਸਕਦਾ, ਤਾਂ ਆਪਾਂ ਉਹਦੇ ਵਾਸਤੇ ਇੱਕ ਜਨਰਲ ਬਾਈਨਰੀ ਆਪਰੇਸ਼ਨ ਦੀ ਗੱਲ ਕਰਦੇ ਹਾਂ। ਮਤਲਬ ਬਾਈਨਰੀ ਆਪਰੇਸ਼ਨ ਜਨਰਲ ਮੰਨਾਂਗੇ ਆਪਾਂ, ਉਹ ਸਿੰਪਲ ਲਵਾਂਗੇ ਆਪਾਂ, ਯੂਜ਼ ਕਰਾਂਗੇ ਸਟਾਰ। ਇਹਦਾ ਮੀਨਿੰਗ ਕੀ ਆ ਕਿ ਸਟਾਰ ਪਲੱਸ ਵੀ ਹੋ ਸਕਦਾ, ਮਾਈਨਸ ਵੀ ਹੋ ਸਕਦਾ, ਮਲਟੀਪਲੀਕੇਸ਼ਨ ਵੀ ਹੋ ਸਕਦਾ, ਡਿਵੀਜ਼ਨ ਵੀ ਹੋ ਸਕਦਾ, ਕੁਛ ਵੀ ਹੋ ਸਕਦਾ ਹੈਗਾ। ਅਤੇ ਜਨਰੇਸ਼ਨ ਆਪਾਂ ਸਟਾਰ ਯੂਜ਼ ਕਰ ਰਹੇ ਹੈਗੇ। ਹੁਣ ਇਹ ਪ੍ਰੋਪਰ ਡਿਫਾਈਨ ਕਰ ਰਹੇ ਹਾਂ ਕਿ ਡੈਫੀਨੇਸ਼ਨ ਹੁੰਦੀ ਕੀ ਹੈਗੀ ਹੈ।
ਡੈਫੀਨੇਸ਼ਨ ਕਰ ਰਹੇ ਆਪਾਂ। ਲੈਟ ਕਰ ਲਓ, ਫਿਲਹਾਲ ਦੇਖ ਲਓ ਇਹ ਸਮਝ, ਆਪਾਂ ਅੱਗੇ ਇਹਦੇ ਨਾਲ ਦੇ ਬੇਸ ਨੂਮੈਰੀਕਲ ਕਰਾਂਗੇ ਫਿਰ ਹੋਰ ਸਮਝ ਆ ਜਾਏਗਾ। ਫਿਲਹਾਲ ਦੇਖਣਾ ਆਪਾਂ ਨੇ ਲੈਟ ਜੀ ਬੀ ਐਨੀ ਸੈੱਟ। ਸੈੱਟ ਕੀ ਹੁੰਦਾ, ਜਿਵੇਂ ਤੁਹਾਨੂੰ ਧਿਆਨ ਦੇ ਵਿੱਚ ਹੋਊਗਾ ਕਿ ਕਰਲੀ ਬ੍ਰੈਕਟ ਦੇ ਵਿੱਚ ਇੱਦਾਂ ਕੁਛ ਨੰਬਰ ਪਾਏ ਹੁੰਦੇ ਨੇ, ਇਹ ਸੈੱਟ ਹੁੰਦਾ। ਜੀ ਕੋਈ ਵੀ ਸੈੱਟ ਹੈ ਜੋ ਕੁਛ ਨੰਬਰ ਆ ਰਹੇ ਨੇ, ਅਤੇ ਜਿਹੜਾ ਸਟਾਰ ਹੈਗਾ ਬੀ, ਇਹ ਬਾਈਨਰੀ ਆਪਰੇਸ਼ਨ। ਜੋ ਸਟਾਰ ਹੈ ਆਪਣੇ ਕੋਲ ਉਹ ਬਾਈਨਰੀ ਆਪਰੇਸ਼ਨ ਆ। ਤਾਂ ਇਹਦੇ ਵਾਸਤੇ ਕੁਛ ਪ੍ਰੋਪਰਟੀਜ਼ ਹੁੰਦੀਆਂ ਨੇ, ਫਿਲਹਾਲ ਦੇਖੀ ਜਾਓ, ਸਮਝ ਆ ਜਾਏਗਾ ਬਾਅਦ ਚੋਂ। ਪਹਿਲਾ ਪ੍ਰੋਪਰਟੀ ਦਾ ਨਾਮ ਹੈ ਕਲੋਜ਼ਰ ਪ੍ਰੋਪਰਟੀ। ਕਲੋਜ਼ਰ ਪ੍ਰੋਪਰਟੀ ਹੁੰਦੀ ਕੀ ਹੈਗੀ, ਮਤਲਬ ਲੈਟ ਕਰ ਲਈ ਆਪਾਂ ਕਿ A ਅਤੇ B ਕੋਈ ਦੋ ਐਲੀਮੈਂਟ ਨੇ ਜੀ ਵਿੱਚੋਂ, ਬਿਲੋਂਗਸ ਟੂ ਹੁੰਦਾ ਕਿ A ਅਤੇ B ਜੀ ਵਿੱਚ ਆ ਰਹੇ ਨੇ। ਦਿਸ ਇੰਪਲਾਈਜ਼ ਜੇ A ਸਟਾਰ B ਇਹ ਵੀ ਜੀ ਚ ਆਵੇ ਫॉर ऑल AB ਬਿਲੋਂਗਸ ਟੂ G। ਫॉर ऑल ਸਾਰਿਆਂ ਵਾਸਤੇ ਜਿੰਨੇ ਵੀ ਐਲੀਮੈਂਟ ਜੀ ਚ ਆ ਰਹੇ ਨੇ ਉਹਨਾਂ ਸਾਰਿਆਂ ਉੱਪਰ ਜੇ ਬਾਈਨਰੀ ਆਪਰੇਸ਼ਨ ਲਾਈਏ ਤਾਂ ਉਹਦਾ ਆਨਸਰ ਵੀ ਜੀ ਵਿੱਚ ਆਵੇ, ਤਾਂ ਆਪਾਂ ਕਹਾਂਗੇ ਕਲੋਜ਼ਰ ਪ੍ਰੋਪਰਟੀ ਹੋਲਡਸ, ਕਿ ਇਹ ਪ੍ਰੋਪਰਟੀ ਸੈਟਿਸਫਾਈ ਹੋ ਰਹੀ ਆ ਜਾਂ ਲਾਗੂ ਹੋ ਰਹੀ ਆ। ਕਲੋਜ਼ਰ ਪ੍ਰੋਪਰਟੀ ਹੋਲਡਸ, ਕਲੋਜ਼ਰ ਪ੍ਰੋਪਰਟੀ ਲੱਗ ਰਹੀ ਆ। ਚਲੋ ਇਹ ਜੇ ਤੁਹਾਨੂੰ ਲੱਗ ਰਿਹਾ ਹੋ ਕਿ ਇਹ ਕੀ ਲਿਖਤਾ ਇਹਦੇ ਵਿੱਚ ਨਾ ਕੀ ਬਣੂਗਾ, ਤਾਂ ਇਹਦੇ ਵਾਸਤੇ ਥੋੜ੍ਹੀ ਐਗਜ਼ਾਮਪਲ ਲੈਣਾ ਤਾਂ ਹੋਰ ਕਲੀਅਰ ਹੋ ਜਾਊਗਾ। ਐਗਜ਼ਾਮਪਲ ਲੈ ਰਹੇ ਹਾਂ, ਇਹ ਮੈਂ ਰੱਬ ਕਰ ਦਿੰਦਾ, ਲੋੜ ਦੀ ਜੀ ਇਹਦੀ। ਐਗਜ਼ਾਮਪਲ ਲੈ ਰਹੇ ਹਾਂ ਆਪਾਂ ਨੂੰ ਪਤਾ ਕਿ ਜਿਹੜਾ ਨੈਚੁਰਲ ਨੰਬਰ ਦਾ ਸੈੱਟ ਹੈਗਾ, ਨੈਚੁਰਲ ਨੰਬਰ ਹੁੰਦੇ ਹੈਗੇ ਨੇ ਆਪਣੇ ਕੋਲ 1 2 3 4 ਸੋ on ਚੱਲੀ ਜਾਂਦੇ। ਇੱਕ ਗੱਲ ਥੋੜ੍ਹੀ ਧਿਆਨ ਰੱਖਣੀ ਆ ਕਿ ਨੈਚੁਰਲ ਨੰਬਰ ਵਾਸਤੇ ਆਪਾਂ ਸਿੰਪਲ n ਵੀ ਯੂਜ਼ ਕਰ ਸਕਦੇ ਹੈਗੇ ਆ, ਜਾਂ n ਪਾ ਕੇ ਅੱਗੇ ਲਾਈਨ, ਇਹ ਜ਼ਿਆਦਾ ਰਿਕਮੈਂਡ ਕੀਤਾ ਜਾਂਦਾ ਹੈਗਾ ਸਿੰਬਲ। ਇਹ ਸਿੰਬਲ ਵੈਸੇ ਸਹੀ ਆ, ਇਹ ਸਿੰਬਲ ਨਹੀਂ ਸਹੀ ਹੈਗਾ। ਇਹ ਸਿੰਬਲ ਲਾਈਨ ਨਾਲ ਮਾਰ ਲਈ ਦੀ ਹੁੰਦੀ ਹੈਗੇ। ਜ਼ਿਆਦਾ ਰਿਕਮੈਂਡ ਇਹ ਕਰਦੇ ਕਿ ਸਿੰਪਲ ਨੈਚੁਰਲ ਵਾਸਤੇ ਇੱਦਾਂ ਪਾਈਦਾ ਹੁੰਦਾ। ਸੋ ਨੈਚੁਰਲ ਨੰਬਰ ਨੇ ਆਪਣੇ ਕੋਲ, ਹੁਣ ਜਿਵੇਂ ਜੀ ਸੈੱਟ ਦੀ ਗੱਲ ਕੀਤੀ ਹੈਗੀ ਆ, ਔਰ ਜੀ ਆਪਣੇ ਕੋਲ ਨੈਚੁਰਲ ਨੰਬਰ ਆ, ਮਤਲਬ ਸੈੱਟ ਕੀ ਆ, ਔਰ ਨੈਚੁਰਲ ਨੰਬਰ। ਆਪਾਂ ਨੂੰ ਜਿਹੜਾ ਓਪਰੇਸ਼ਨ ਹੈਗਾ ਉਰੇ, ਉਹ ਸਟਾਰ ਦੀ ਥਾਂ 'ਤੇ ਐਡੀਸ਼ਨਲ ਆਪਰੇਸ਼ਨ, ਇਹ ਫਰਕ ਆ। ਜਿਵੇਂ ਉਰੇ ਸੈੱਟ ਜੀ ਸੀਗਾ, ਓਪਰੇਸ਼ਨ ਸਟਾਰ ਸੀਗਾ, ਔਰ ਇਹ ਸੈੱਟ ਜੀ ਥਾਂ ਆਪਾਂ ਨੈਚੁਰਲ ਨੰਬਰ ਲੈ ਲਏ, ਜਿਹੜਾ ਸਟਾਰ ਦੀ ਥਾਂ ਆਪਾਂ ਐਡੀਸ਼ਨਲ ਆਪਰੇਸ਼ਨ ਲੈ ਲਿਆ। ਸਮਝਣ ਵਾਸਤੇ ਆਪਾਂ ਇਹ ਚੈੱਕ ਕਰਨਾ ਇਹਦੇ ਵਿੱਚ ਕਿ ਕਲੋਜ਼ਰ ਪ੍ਰੋਪਰਟੀ ਆਪਣੀ ਹੋਲਡ ਹੋ ਰਹੀ ਆ। ਕਲੋਜ਼ਰ ਪ੍ਰੋਪਰਟੀ ਹੋਲਡਸ, ਇਹ ਆਪਾਂ ਚੈੱਕ ਕਰਨਾ ਕਿ ਜੇ ਕਲੋਜ਼ਰ ਪ੍ਰੋਪਰਟੀ ਹੋਲਡ ਹੋ ਰਹੀ ਆ। ਸੋ ਕਲੋਜ਼ਰ ਪ੍ਰੋਪਰਟੀ ਕਹਿੰਦੀ ਕੀ ਹੈਗੀ ਆ ਕਿ ਆਪਾਂ ਇਹ ਚੈੱਕ ਕਰਨਾ, ਪਹਿਲਾਂ ਦੋ ਐਲੀਮੈਂਟ ਜਨਰਲ ਕੋਈ ਜੀ ਚ ਲੈਣ ਦੇ। ਸਮਝਾਉਣ ਵਾਸਤੇ ਲੈ ਰਿਹਾ ਮੈਂ ਕਿ ਲੈਟ ਕਰ ਲਿਆ ਆਪਾਂ ਨੇ ਕੋਈ ਦੋ ਐਲੀਮੈਂਟ, ਆਪਾਂ ਜੀ ਕੀ ਮੰਨਿਆ ਉਰੇ ਸੈੱਟ ਆਫ ਨੈਚੁਰਲ ਨੰਬਰ, ਨੈਚੁਰਲ ਨੰਬਰ ਲੈਣੇ ਆਪਾਂ ਨੇ। ਅਤੇ ਆਪਾਂ ਇਹ ਚੈੱਕ ਕਰਨਾ ਕਿ ਆਪਰੇਸ਼ਨ ਸਟਾਰ ਆ, ਇਹ ਸਟਾਰ ਆਪਰੇਸ਼ਨ ਦੋ ਨੰਬਰਾਂ 'ਚ ਆਪਰੇਸ਼ਨ ਲਾਵਾਂਗੇ। ਜਿਵੇਂ A ਉਹਦੇ ਆਪਰੇਸ਼ਨ ਸਟਾਰ ਦੀ ਥਾਂ 'ਤੇ ਪਲੱਸ ਆ, ਦੋ ਨੰਬਰਾਂ ਵਿੱਚ ਪਲੱਸ ਆਪਰੇਸ਼ਨ ਲਾਇਆ ਆਪਾਂ ਨੇ, ਕਿ ਇਹ ਨੈਚੁਰਲ ਨੰਬਰ ਦੇ ਵਿੱਚ ਆ ਰਿਹਾ। ਫॉर ऑल AB ਬਿਲੋਂਗਸ ਟੂ ਨੈਚੁਰਲ ਨੰਬਰ, ਇਹ ਚੈੱਕ ਕਰਨਾ ਆਪਾਂ ਨੇ ਕਿ ਜਿੰਨੇ ਵੀ ਆਪਾਂ ਨੈਚੁਰਲ ਨੰਬਰ ਲਵਾਂਗੇ ਕਿ ਉਹਨਾਂ ਦੀ ਐਡੀਸ਼ਨ ਪੱਕਾ ਨੈਚੁਰਲ ਨੰਬਰ ਆਊਗੀ। ਇਹਦਾ ਮੀਨਿੰਗ ਇਹ ਹੈ ਜਿੰਨੇ ਵੀ ਆਪਾਂ ਨੰਬਰ ਗਰੁੱਪ 'ਚ ਲਵਾਂਗੇ ਉਹਦੇ 'ਚ ਆਪਰੇਸ਼ਨ ਲਗਾ ਕੇ ਜੋ ਆਨਸਰ ਆ ਜੇ ਗਰੁੱਪ ਵਿੱਚ ਆ ਗਿਆ ਸਾਰਿਆਂ ਵਾਸਤੇ, ਤਾਂ ਆਪਾਂ ਕਹਾਂਗੇ ਕਲੋਜ਼ ਪ੍ਰੋਪਰਟੀ ਹੋਲਡ ਕਰ ਗਈ। ਹੁਣ ਉਰੇ ਚੈੱਕ ਕਰਨਾ ਇਹ 'ਚ ਕਲੋਜ਼ ਪ੍ਰੋਪਰਟੀ ਹੋਲਡ ਕਰਦੀ ਆ। ਆਪਾਂ ਇਹ ਚੈੱਕ ਕਰਨਾ ਕਿ ਸਾਰਿਆਂ ਵਾਸਤੇ ਜਿੰਨੇ ਵੀ ਆਪਣੇ ਕੋਲ AB ਨੈਚੁਰਲ ਨੰਬਰ ਨੇ ਉਹ ਸਾਰਿਆਂ ਵਾਸਤੇ ਕਿ ਉਹਨਾਂ ਦੀ ਐਡੀਸ਼ਨ ਪੱਕਾ ਨੈਚੁਰਲ ਨੰਬਰ ਹੋਏਗੀ। ਇਹ ਚੈੱਕ ਕਰਨਾ ਆਪਾਂ ਨੇ। ਜੇ ਤਾਂ ਆਪਾਂ ਨੂੰ ਲੱਗਦਾ ਕਿ ਹੋਏਗੀ ਫਿਰ ਤਾਂ ਟਰੂ ਆ,
ਜੇ ਲੱਗਦਾ ਕਿ ਨਹੀਂ ਹੋਏਗੀ ਤਾਂ ਇਹਨੂੰ ਗਲਤ ਕਰਨ ਵਾਸਤੇ ਆਪਾਂ ਇੱਕ ਐਗਜ਼ਾਮਪਲ ਦੇਣੀ ਆ ਆਪਣੇ ਵੱਲੋਂ। ਕੋਈ ਚੀਜ਼ ਪ੍ਰੂਵ ਕਰਨੀ ਹੁੰਦੀ ਹੈ, ਪਹਿਲਾਂ ਹੀ ਪੜ੍ਹਿਆ ਹੈ, ਕੋਈ ਚੀਜ਼ ਪ੍ਰੂਵ ਕਰਨੀ ਹੈ ਆਪਾਂ ਜਨਰਲ ਪ੍ਰੂਵ ਕਰਨਾ ਹੁੰਦਾ ਹੈਗਾ, ਤੇ ਕੋਈ ਚੀਜ਼ ਗਲਤ ਕਰਨੀ ਹੁੰਦੀ ਹੈ ਤਾਂ ਇੱਕ ਐਗਜ਼ਾਮਪਲ ਦੇਣੀ ਹੁੰਦੀ ਹੈ। ਹੁਣ ਤੁਸੀਂ ਇਹ ਚੈੱਕ ਕਰਨਾ ਹੈ ਕਿ ਜਿੰਨੇ ਵੀ ਆਪਾਂ ਨੈਚੁਰਲ ਨੰਬਰ ਲਵਾਂਗੇ ਕਿ ਉਹਨਾਂ ਦੀ ਐਡੀਸ਼ਨ ਪੱਕਾ ਨੈਚੁਰਲ ਨੰਬਰ ਆਊਗੀ। ਉਹ ਆਪਾਂ ਦੇਖ ਲੈਂਦੇ ਹਾਂ, ਐਗਜ਼ਾਮਪਲ ਮੰਨ ਕੇ ਦੇਖ ਲੈਂਦੇ ਹਾਂ। ਜਿਵੇਂ ਨੈਚੁਰਲ ਨੰਬਰ ਕੀ ਹੁੰਦੇ ਨੇ 1 2 3 4 ਅਪ ਟੂ ਸੋ ਔਨ, ਇਹਦੇ ਵਿੱਚ ਪੋਜ਼ੀਟਿਵ ਹੁੰਦੇ ਨੇ ਤੇ ਡੈਸੀਮਲ ਵਾਲੇ ਨਹੀਂ ਹੁੰਦੇ ਹੈਗੇ। ਇਹ ਨੈਚੁਰਲ ਨੰਬਰ ਨੇ ਆਪਣੇ ਕੋਲ, ਜਾਂ ਪੋਜ਼ੀਟਿਵ ਇੰਟੀਜਰ ਹੁੰਦੇ ਨੇ ਸਾਰੇ ਇਹਦੇ ਵਿੱਚ। ਇਹ ਨੈਚੁਰਲ ਨੰਬਰ ਨੇ ਆਪਣੇ ਕੋਲ। ਇਹ ਨੈਚੁਰਲ ਨੰਬਰ ਦੇ ਵਿੱਚ ਕੋਈ ਵੀ ਦੋ ਨੈਚੁਰਲ ਨੰਬਰ ਲੈ ਲਓ, 4 + 6। ਜੇ ਨੈਚੁਰਲ 'ਚ ਆਪਾਂ ਨੈਚੁਰਲ ਐਡ ਕਰਾਂਗੇ ਤਾਂ ਅੰਡਰਸਟੂਡ ਆ ਕਿ ਨੈਚੁਰਲ ਹੀ ਆਊਗਾ। ਪ੍ਰੋਬਲਮ ਕਿੱਥੇ ਆਉਣੀ ਸੀਗੀ ਕਿ ਆਪਣੇ ਕੋਲ ਜੇ ਸਬਟਰੈਕਸ਼ਨ ਹੁੰਦੀ ਤਾਂ ਇਹ ਨੈਚੁਰਲ ਨਹੀਂ ਆ ਰਿਹਾ, ਨੈਗੇਟਿਵ ਨੈਚੁਰਲ ਨੰਬਰ ਨਹੀਂ ਹੈਗਾ। ਪਰ ਜੇ ਦੋ ਨੈਚੁਰਲ ਨੰਬਰ ਆਪਾਂ ਐਡ ਕਰਾਂਗੇ ਤਾਂ ਅੰਡਰਸਟੂਡ ਆ ਕਿ ਨੈਚੁਰਲ ਨੰਬਰ ਹੀ ਆਊਗਾ। ਮਤਲਬ ਇਹ ਚੀਜ਼ ਟਰੂ ਆ ਕਿ ਫॉर ਆਲ AB ਬਿਲੋਂਗਸ ਟੂ ਨੈਚੁਰਲ ਨੰਬਰ, ਕੋਈ ਦੋ ਆਪਾਂ ਨੈਚੁਰਲ ਨੰਬਰ ਲਵਾਂਗੇ ਤਾਂ ਉਹਨਾਂ ਦੀ ਐਡੀਸ਼ਨ ਪੱਕਾ ਨੈਚੁਰਲ ਨੰਬਰ ਹੀ ਆਊਗੀ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਇਹ ਪ੍ਰੋਪਰਟੀ ਹੋਲਡ ਕਰਦੀ ਹੈ, ਕਲੋਜ਼ਰ ਪ੍ਰੋਪਰਟੀ ਹੋਲਡ ਕਰ ਰਹੀ ਹੈ। ਤਾਂ ਕਲੋਜ਼ਰ ਪ੍ਰੋਪਰਟੀ ਹੈ ਕਿ ਆਪਣੇ ਕੋਲ ਕਿ A ਵੀ ਆਪਾਂ ਕੋਈ ਦੋ ਐਲੀਮੈਂਟ ਗਰੁੱਪ 'ਚੋਂ ਲਏ, ਸਾਰਿਆਂ ਵਾਸਤੇ ਉਹਨਾਂ ਸਾਰਿਆਂ ਵਾਸਤੇ ਜੇ ਐਡੀਸ਼ਨ ਆਪਣੇ ਕੋਲ ਆਪਰੇਸ਼ਨ ਲਗਾ ਕੇ G ਵਿੱਚ ਆ ਗਿਆ ਤਾਂ ਪ੍ਰੋਪਰਟੀ ਹੋਲਡ ਕਰ ਜਾਏਗੀ। ਲੋੜ ਕੀ ਆ ਅੱਗੇ ਦੇਖਾਂਗੇ। ਇਹ ਕਰਨਾ ਕਿਵੇਂ ਉਹ ਦੇਖ ਲਓ ਕਿ ਆਪਾਂ ਕਲੋਜ਼ਰ ਪ੍ਰੋਪਰਟੀ ਇੱਦਾਂ ਹੋਲਡ ਕਰਾਉਣੀ। ਇੱਕ ਐਗਜ਼ਾਮਪਲ ਆਪਾਂ ਹੋਰ ਲੈ ਲੈਂਦੇ ਹਾਂ ਕਿ ਜਿਹਦੇ ਵਿੱਚ ਆਪਾਂ ਨੂੰ ਲੱਗ ਜਾਏ ਪਤਾ ਕਿ ਕਲੋਜ਼ਰ ਪ੍ਰੋਪਰਟੀ ਹੋਲਡ ਨਹੀਂ ਕਰ ਰਹੀ। ਉਹਦੇ ਨਾਲ ਦੀ ਐਗਜ਼ਾਮਪਲ ਇੱਕ ਇਹ ਟੌਪਿਕ ਜੋ ਹੈ ਨਾ ਉਤਾਰੀ ਜਾਈਓ, ਨੋਟਸ ਬਣਾ ਲਿਓ ਇਹਦੇ। ਜਿਵੇਂ ਆਪਾਂ ਇੱਕ ਐਗਜ਼ਾਮਪਲ ਹੋਰ ਲਈ, ਦੂਜੀ ਐਗਜ਼ਾਮਪਲ 1 2 3 ਸੇਮ ਨੈਚੁਰਲ ਨੰਬਰ ਨੇ, ਬਸ ਫਰਕ ਹੀ ਰੱਖਿਆ ਆਪਾਂ ਜਿਹੜਾ ਆਪਰੇਸ਼ਨ ਹੈਗਾ ਉਹਦੇ ਸਟਾਰ ਦੀ ਥਾਂ ਤੇ ਆਪਾਂ ਨੇ ਸਬਟਰੈਕਸ਼ਨ ਲਿਆ, ਪਹਿਲਾਂ ਐਡੀਸ਼ਨ ਲਿਆ ਸੀ, ਸਬਟਰੈਕਸ਼ਨ ਲਿਆ ਆਪਾਂ। ਹੁਣ ਆਪਾਂ ਇਹ ਚੈੱਕ ਕਰਨਾ ਕਿ ਇਹਦੇ ਵਿੱਚ ਵੀ ਕਲੋਜ਼ਰ ਪ੍ਰੋਪਰਟੀ ਹੋਲਡ ਕਰਦੀ ਆ, ਕਿ ਕਲੋਜ਼ਰ ਪ੍ਰੋਪਰਟੀ ਹੋਲਡ ਕਰਦੀ ਹੈ ਇਹਦੇ ਵਿੱਚ। ਇਹ ਚੈੱਕ ਕਰਨਾ ਆਪਾਂ ਨੇ, ਮਤਲਬ ਕੀ ਚੈੱਕ ਕਰਨਾ ਲਿਖ ਲੈਣਾ ਪਹਿਲਾਂ ਕਿ ਆਪਾਂ ਕੋਈ ਵੀ ਲੈਟ A B ਜੋ ਨੈਚੁਰਲ ਨੰਬਰ ਲੈ ਲਿਆ ਆਪਾਂ ਨੇ, ਨੈਚੁਰਲ ਨੰਬਰ 'ਚ ਲੈ ਲਿਆ। ਆਪਾਂ ਇਹ ਚੈੱਕ ਕਰਨਾ ਕਿ A B ਕਿ ਇਹ ਨੈਚੁਰਲ ਨੰਬਰ ਆ ਰਿਹਾ ਹੈਗਾ ਫॉर ਆਲ AB ਬਿਲੋਂਗਸ ਟੂ ਨੈਚੁਰਲ ਨੰਬਰ। ਇਹ ਚੈੱਕ ਕਰਨਾ ਜਿੰਨੇ ਵੀ ਨੈਚੁਰਲ ਨੰਬਰ ਨੇ ਕਿ ਉਹਨਾਂ ਦੀ ਜੇ ਆਪਾਂ ਸਬਟਰੈਕਸ਼ਨ ਕਰਾਂਗੇ ਕਿ ਨੈਚੁਰਲ ਨੰਬਰ ਆ ਰਹੀ ਹੈ ਸਾਰੇ ਫॉर ਆਲ। ਜੇ ਸਾਰਿਆਂ ਵਾਸਤੇ ਆ ਰਹੀ ਹੈ ਤਾਂ ਆਪਾਂ ਕਹਾਂਗੇ ਕਲੋਜ਼ਰ ਪ੍ਰੋਪਰਟੀ ਹੋਲਡ ਕਰ ਗਈ ਆਪਣੀ। ਹੁਣ ਜੇ ਤਾਂ ਆਪਾਂ ਨੂੰ ਲੱਗਦਾ ਕਿ ਸਾਰਿਆਂ ਵਾਸਤੇ ਆ ਰਹੀ ਆ ਫਿਰ ਤਾਂ ਇੱਦਾਂ ਲਿਖ ਦੇਣਾ ਆਪਾਂ ਕਿ ਪਤਾ ਜਿਵੇਂ ਉਹਨੇ ਲਿਖਿਆ ਸੀ ਕਿ ਸਾਰਿਆਂ AB ਬਿਲੋਂਗਸ ਟੂ ਨੈਚੁਰਲ ਨੰਬਰ, ਸਾਰਿਆਂ ਵਾਸਤੇ ਜਿਹੜੀ ਐਡੀਸ਼ਨ ਹੈਗੀ ਆ ਉਹ ਨੈਚੁਰਲ ਨੰਬਰ ਦੇ ਵਿੱਚ ਆਊਗੀ। ਸਿੰਪਲ ਪ੍ਰੂਫ ਹੋ ਗਿਆ। ਜੇ ਲੱਗਦਾ ਕਿ ਤੁਹਾਨੂੰ ਨਹੀਂ ਹੈਗਾ ਇਹ ਤਾਂ ਇਹਦੇ ਨੂੰ ਗਲਤ ਕਰਨ ਵਾਸਤੇ ਆਪਾਂ ਇੱਕ ਐਗਜ਼ਾਮਪਲ ਦੇਣੀ ਹੁੰਦੀ ਆ। ਜਿਵੇਂ ਦੇਖੋ 2 ਅਤੇ 4 ਇਹ ਦੋਨੇ ਨੈਚੁਰਲ ਨੰਬਰ ਨੇ, ਬਟ 2 - 4 ਕਰਾਂਗੇ ਇਹ -2, ਇਹਨਾਂ ਵਿੱਚ ਆਪਰੇਸ਼ਨ ਮਾਈਨਸ ਲਾ ਕੇ ਆ ਜਾਏਗਾ ਆਂਸਰ। ਤਾਂ ਇਹ ਨੈਚੁਰਲ ਨੰਬਰ ਨਹੀਂ ਹੈਗਾ। ਮਤਲਬ ਇਹ ਗੱਲ ਗਲਤ ਆ। ਕਿਵੇਂ ਕਿ ਫॉर ਆਲ ਸਾਰਿਆਂ ਵਾਸਤੇ ਜੇ AB ਆਪਾਂ ਨੈਚੁਰਲ ਨੰਬਰ ਲਵਾਂਗੇ ਉਹ ਸਾਰੇ ਨੈਚੁਰਲ ਨੰਬਰ ਵਾਸਤੇ ਜਿਹੜੀ ਸਬਟਰੈਕਸ਼ਨ ਹੈ ਉਹ ਵੀ ਨੈਚੁਰਲ ਆਊਗੀ। ਇਹ ਗਲਤ ਹੋ ਗਿਆ, ਸਾਰਿਆਂ ਵਾਸਤੇ ਤਾਂ ਨਹੀਂ ਯਾਰ। ਐਗਜ਼ਾਮਪਲ ਆ ਮਿਲ ਗਈ ਆਪਾਂ ਨੂੰ ਕਿ ਇਹ ਦੋ ਨੈਚੁਰਲ ਨੰਬਰ ਦੀ ਸਬਟਰੈਕਸ਼ਨ ਕਰਾਂਗੇ ਇਹ ਨੈਚੁਰਲ ਨੰਬਰ ਨਹੀਂ ਆ ਰਿਹਾ। ਜੇ ਸਾਰਿਆਂ ਵਾਸਤੇ ਆਊਗਾ ਤਾਂ ਆਪਾਂ ਕਲੋਜ਼ ਪ੍ਰੋਪਰਟੀ ਹੋਲਡ ਕਹਾਂਗੇ ਕਿ ਸੈਟਿਸਫਾਈ ਹੋ ਰਹੀ ਜਾਂ ਹੋਲਡ ਹੋ ਰਹੀ ਆ। ਪਰ ਇਹ ਸਾਰਿਆਂ ਵਾਸਤੇ ਨਹੀਂ ਕਿ ਐਗਜ਼ਾਮਪਲ ਗਲਤ ਕਰਨ ਐਗਜ਼ਾਮਪਲ ਬਹੁਤ ਹੁੰਦੀ ਹੈ। ਮਤਲਬ ਕਿ ਫਿਰ ਆਪਣੇ ਕੋਲ ਇੱਥੋਂ ਲੱਗ ਗਿਆ ਪਤਾ ਕਿ ਇਹ ਸਾਰਿਆਂ ਵਾਸਤੇ ਨਹੀਂ ਕਹਿ ਸਕਦੇ, ਬਿਕੋਜ਼ ਐਗਜ਼ਾਮਪਲ ਹੈਗੀ ਹੈ ਕਿ ਜਿਹੜੀ ਇਸ ਵਿੱਚ ਬਿਲੋਂਗ ਨਹੀਂ ਕਰਦਾ। ਇਸ ਕਰਕੇ ਆਪਾਂ ਕਹਾਂਗੇ ਦੇਅਰਫੋਰ ਕਲੋਜ਼ਰ ਪ੍ਰੋਪਰਟੀ ਡਜ਼ ਨਾਟ ਹੋਲਡਸ। ਇਹਦੇ ਵਿੱਚ ਕਲੋਜ਼ਰ ਪ੍ਰੋਪਰਟੀ ਨਹੀਂ ਲੱਗ ਰਹੀ। ਤਾਂ ਸਿੰਪਲ ਜੀ ਗੱਲ ਆ, ਦੁਬਾਰਾ ਦੇਖ ਲੈਂਦੇ ਹਾਂ ਆਪਾਂ ਕਿ ਕਲੋਜ਼ਰ ਪ੍ਰੋਪਰਟੀ ਹੁੰਦੀ ਕੀ ਹੈਗੀ ਆ। ਕਲੋਜ਼ਰ ਪ੍ਰੋਪਰਟੀ ਹੁੰਦੀ ਹੈਗੀ ਹੈ ਕਿ ਆਪਾਂ ਸੈੱਟ ਵਿੱਚੋਂ ਲੈਣੇ ਆ ਦੋ ਐਲੀਮੈਂਟ। ਜੇ ਹਰੇਕ ਦੋ ਐਲੀਮੈਂਟ ਫॉर ਆਲ ਪਾਇਆ, ਹਰੇਕ ਦੋ ਐਲੀਮੈਂਟ ਵਾਸਤੇ ਆਪਰੇਸ਼ਨ ਲਗਾ ਕੇ ਸੈੱਟ G ਵਿੱਚ ਹੀ ਆਵੇ ਆਂਸਰ, ਤਾਂ ਆਪਾਂ ਕਹਾਂਗੇ ਕਲੋਜ਼ਰ ਪ੍ਰੋਪਰਟੀ ਹੋਲਡ ਕਰਦੀ ਹੈ। ਤੇ ਉਰੇ ਆਪਣੇ ਕੋਲ
ਜੇ ਤਾਂ ਆਪਾਂ ਲੱਗ ਰਿਹਾ ਕਿ ਕਲੋਜ਼ਰ ਪ੍ਰੋਪਰਟੀ ਹੋਲਡ ਹੈਗੀ ਆ ਸਾਰਿਆਂ ਵਾਸਤੇ ਆ ਰਿਹਾ ਤਾਂ ਸਿੱਧਾ ਲਿਖ ਦੇਣਾ ਆਪਾਂ। ਜੇ ਲੱਗਦਾ ਕਿ ਆਪਾਂ ਨਹੀਂ ਆ ਰਿਹਾ ਤਾਂ ਆਪਾਂ ਐਗਜ਼ਾਮਪਲ ਦੇ ਕੇ ਦੱਸਣਾ ਕਿ ਕਿਉਂ ਨਹੀਂ ਆ ਰਿਹਾ, ਪ੍ਰੋਪਰਟੀ ਕਿਉਂ ਨਹੀਂ ਹੋਲਡ ਕਰਦੀ। ਚਲੋ ਇਹ ਪਹਿਲਾ ਸੀ ਆਪਣੇ ਕੋਲ ਕਿ ਕਲੋਜ਼ਰ ਪ੍ਰੋਪਰਟੀ, ਇਹਨੂੰ ਫਿਰ ਮੈਂ ਰੱਬ ਕਰ ਦਿੰਦਾ ਹੈਗਾ। ਉਮੀਦ ਆ ਤੁਸੀਂ ਤਾਰ ਲਿਆ ਹੋਊਗਾ। ਮੈਂ ਦੁਬਾਰਾ ਦੱਸਣਾ ਕਿ ਇਹ ਪ੍ਰੋਪਰਟੀ ਜਿਹੜੀ ਹੈਗੀ ਕਿਉਂ ਕਰ ਰਹੇ ਹਾਂ ਆਪਾਂ, ਕੀ ਲੋੜ ਆ ਉਹ ਦੇਖਾਂਗੇ ਬਾਅਦ 'ਚ। ਫਿਲਹਾਲ ਇਹ ਦੇਖ ਲਓ ਕਿ ਤੁਹਾਨੂੰ ਸਮਝ ਆ ਗਈ ਕਿ ਨਹੀਂ ਆ। ਇਸ ਤੋਂ ਬਾਅਦ ਆਪਾਂ ਨੇ ਦੂਜੀ ਪ੍ਰੋਪਰਟੀ ਕਰਨੀ ਹੈਗੀ ਹੈ ਜੀ, ਉਹ ਹੁੰਦੀ ਹੈਗੀ ਆ ਐਸੋਸੀਏਟਿਵ ਪ੍ਰੋਪਰਟੀ। ਐਸੋਸੀਏਟਿਵ ਪ੍ਰੋਪਰਟੀ ਇਹ ਹੁੰਦੀ ਕੀ ਆ, ਆਪਾਂ ਨੇ A B C 3 ਐਲੀਮੈਂਟ ਲੈਣੇ ਹੁੰਦੇ ਨੇ। ਉਹ 'ਚ 2 ਸੀ ਕਲੋਜ਼ਰ 'ਚ 3 ਹੋਣਗੇ। ਤੇ ਕੀ ਚੈੱਕ ਕਰਨਾ ਆਪਾਂ, ਇਹ ਚੈੱਕ ਕਰਨਾ ਹੈਗਾ ਕਿ A ਸਟਾਰ B ਸਟਾਰ C, B ਸਟਾਰ C ਬ੍ਰੈਕਟ ਪਹਿਲਾਂ ਸੋਲਵ ਕਰਨਾ, ਪਹਿਲਾਂ A ਸਟਾਰ ਆਪਰੇਟ ਕਰਨਾ, ਫਿਰ ਬਾਅਦ 'ਚੋਂ ਇਹ ਆਪਰੇਟ ਕਰਨਾ। ਇਹਦੇ ਵਿੱਚ ਇਕੁਅਲਸ ਟੂ A ਸਟਾਰ B, ਪਹਿਲਾਂ ਇਹ ਆਪਰੇਟ ਕਰਨਾ ਫਿਰ ਸਟਾਰ C। 2 ਆਪਰੇਸ਼ਨ ਨੇ 'ਚ ਸਟਾਰ ਦੇ, ਪਹਿਲਾਂ ਇਹ ਆਪਰੇਟ ਕੀਤਾ ਫਿਰ ਆਹ ਆਪਰੇਟ ਕੀਤਾ, ਪਹਿਲਾਂ ਪਿਛਲਾ ਕੀਤਾ ਫਿਰ ਅਗਲਾ ਕੀਤਾ, ਇਹਦੇ ਵਿੱਚ ਹੀ ਪਹਿਲਾਂ ਅਗਲਾ ਕੀਤਾ ਬਾਅਦ 'ਚ ਪਿਛਲਾ ਕੀਤਾ। ਜਿਸ ਤਰ੍ਹਾਂ ਮਰਜ਼ੀ ਆਪਰੇਟ ਕਰ ਲਓ, ਆਂਸਰ ਸੇਮ ਆਵੇ ਸਾਰਿਆਂ ਵਾਸਤੇ। ਫॉर ऑल A B C ਬਿਲੋਂਗਸ ਟੂ G। ਜੇ ਸਾਰਿਆਂ ਵਾਸਤੇ ਆਂਸਰ ਸੇਮ ਆ ਰਿਹਾ ਹੈਗਾ ਤਾਂ ਆਪਾਂ ਕਹਾਂਗੇ ਕਿ ਐਸੋਸੀਏਟਿਵ ਪ੍ਰੋਪਰਟੀ ਹੋਲਡਸ, ਇਹ ਪ੍ਰੋਪਰਟੀ ਹੋਲਡ ਕਰਦੀ ਹੈ। ਚਲੋ ਉਵੇਂ ਇਹਨੂੰ ਸਮਝਣ ਵਾਸਤੇ ਇੱਕ ਐਗਜ਼ਾਮਪਲ ਲੈ ਲੈਣਾ। ਐਗਜ਼ਾਮਪਲ ਸੌਖੀ ਹੋਈ ਨੈਚੁਰਲ ਨੰਬਰ ਵਾਲੀ, ਮੈਂ ਉਹੀ ਐਗਜ਼ਾਮਪਲ ਲੈ ਰਿਹਾ। ਫਿਰ ਐਗਜ਼ਾਮਪਲ ਲੈ ਰਹੇ ਹੈਗੇ ਆਪਾਂ ਸਮਝਣ ਵਾਸਤੇ। ਨਹੀਂ ਪਹਿਲਾਂ ਵਾਂਗੂ G ਆਪਾਂ ਲੈ ਲਿਆ ਸੈੱਟ ਆਫ ਨੈਚੁਰਲ ਨੰਬਰਸ 1 2 3 4 ਅਪ ਟੂ ਸੋਨ ਚੱਲੀ ਜਾ ਰਿਹਾ। ਹੁਣ ਪਹਿਲਾਂ ਉਵੇਂ ਆਪਰੇਸ਼ਨ ਸਟਾਰ ਦੀ ਥਾਂ 'ਤੇ ਆਪਾਂ ਐਡੀਸ਼ਨਲ ਆਪਰੇਸ਼ਨ ਲੈ ਰਹੇ ਹਾਂ ਨੇ ਪਹਿਲਾਂ ਕੀਤਾ ਸੀਗਾ। ਹੁਣ ਇਹ ਚੈੱਕ ਕਰਨਾ ਕਿ ਇਹਦੇ ਵਿੱਚ ਜਿਹੜੀ ਐਸੋਸੀਏਟਿਵ ਪ੍ਰੋਪਰਟੀ ਆ ਉਹ ਹੋਲਡਸ ਕਰਦੀ ਆ, ਲੱਗ ਰਹੀ ਆ, ਸੈਟੀਸਫਾਈ ਹੋ ਰਹੀ ਆ, ਇਹ ਚੈੱਕ ਕਰਨਾ ਆਪਾਂ। ਤਾਂ ਕਿਵੇਂ ਚੈੱਕ ਕਰਾਂਗੇ ਆਪਾਂ, ਤਾਂ ਐਵੇਂ ਪਹਿਲਾਂ ਆਪਾਂ ਇਹ 'ਚ 3 ਨੰਬਰ ਲੈਣੇ ਨੇ A B C ਨੈਚੁਰਲ ਨੰਬਰ। 3 ਨੈਚੁਰਲ ਨੰਬਰ ਲਏ ਆਪਾਂ ਨੇ। ਹੁਣ ਕੀ ਚੈੱਕ ਕਰਨਾ ਆਪਾਂ ਨੇ ਕਿ A ਪਲਸ B ਪਲਸ C, A ਪਲਸ B ਪਲਸ C। ਇਹ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਕਿ ਪਹਿਲਾਂ ਆਹ ਐਡ ਕਰਨਾ ਫਿਰ ਆਹ, ਜਿਸ ਤਰ੍ਹਾਂ ਮਰਜ਼ੀ ਇਕੁਅਲ ਟੂ ਨੇ ਨਾ। ਇਹ 'ਚ ਮੈਂ ਬ੍ਰੈਕਟ ਆਹ ਟਰਮ ਪਹਿਲਾਂ ਪਾਈ ਆ, ਇਹ ਬਾਅਦ 'ਚੋਂ, ਜਿਸ ਤਰ੍ਹਾਂ ਮਰਜ਼ੀ ਕਰ ਸਕਦੇ। ਫॉर ऑल A B C ਬਿਲੋਂਗਸ ਟੂ ਨੈਚੁਰਲ ਨੰਬਰ, ਇਹ ਆਪਾਂ ਨੇ ਚੈੱਕ ਕਰਨਾ। ਆਪਾਂ ਇਹ ਚੈੱਕ ਕਰਨਾ ਪ੍ਰੋਪਰਟੀ ਹੋਲਡ ਕਰਦੇ, ਮਤਲਬ ਕਿ 3 ਨੈਚੁਰਲ ਨੰਬਰ ਲਵਾਂਗੇ, ਉਹ ਸਾਰਿਆਂ ਵਾਸਤੇ, ਮਤਲਬ ਕੋਈ ਵੀ 3 ਨੈਚੁਰਲ ਨੰਬਰ ਸਾਰਿਆਂ ਵਾਸਤੇ ਜੇ ਇਹ ਬਰਾਬਰ ਆ ਗਏ ਦੋਨੇ ਤਾਂ ਆਪਾਂ ਕਹਾਂਗੇ ਐਸੋਸੀਏਟਿਵ ਪ੍ਰੋਪਰਟੀ ਹੋਲਡ ਕਰਦੀ। ਚਲੋ ਹੁਣ ਇਹ ਦੇਖਣਾ ਕਿਵੇਂ ਇਹ ਹੈ। ਉਹ ਕੀ ਰਿਹਾ, ਪਹਿਲਾਂ ਆਹ 2 ਐਡ ਹੋ ਰਹੇ ਨੇ ਬ੍ਰੈਕਟ, ਮਤਲਬ ਕਿ ਪਹਿਲਾਂ ਆਹ ਆਪਰੇਸ਼ਨ ਸੋਲਵ ਕਰਨਾ, ਪਹਿਲਾਂ ਆਹ 2 ਐਡ ਹੋ ਰਹੇ ਨੇ, ਜੋ ਇਹਨਾਂ ਦਾ ਆਂਸਰ ਆਊਗਾ ਉਹ ਇਹਦੇ ਵਿੱਚ ਐਡ ਕਰਨਾ। ਮੈਂ ਪਹਿਲਾਂ ਆਹ 2 ਐਡ ਕਰ ਲਓ ਫਿਰ ਆਹ ਐਡ ਕਰ ਲਓ, ਜਾਂ ਪਹਿਲਾਂ ਆਹ 2 ਐਡ ਕਰ ਲਓ ਪਿਛਲੇ ਫਿਰ ਆਹ ਐਡ ਕਰ ਲਓ। ਆਪਾਂ ਇਹ ਚੈੱਕ ਕਰਨਾ ਕਿ ਆਂਸਰ ਸਾਰਿਆਂ ਵਾਸਤੇ ਇਕੁਅਲ ਆਏਗਾ। ਜੇ ਸਾਰਿਆਂ ਵਾਸਤੇ ਇਕੁਅਲ ਆ ਰਿਹਾ ਹੈਗਾ ਤਾਂ ਆਪਾਂ ਕਹਾਂਗੇ ਐਸੋਸੀਏਟਿਵ ਪ੍ਰੋਪਰਟੀ ਹੋਲਡ ਕਰਦੀ। ਹੁਣ ਐਡੀਸ਼ਨ ਕਰ ਰਹੇ ਹਾਂ ਆਪਾਂ, ਜਿਵੇਂ ਐਗਜ਼ਾਮਪਲ ਲੈ ਲਈਏ 1 + 2 + 3, ਜਾਂ ਆਪਾਂ ਲੈ ਲਈਏ 1 + 2 + 3। ਹੋ ਤਾਂ ਤਿੰਨਾਂ ਦੀ ਐਡੀਸ਼ਨ ਰਹੀ ਹੈ ਦੇਖਿਆ ਜਾਵੇ। ਜਿਵੇਂ 1 + 2 + 3 ਆ, ਇਹ ਵੀ 3 + 3 6 ਹੀ ਹੋਊਗਾ। ਅਲਟੀਮੇਟਲੀ ਤਾਂ ਤਿੰਨਾਂ ਦੀ ਐਡੀਸ਼ਨ ਹੀ ਹੋ ਰਹੀ ਹੈ, ਔਰ ਵੀ ਤਿੰਨਾਂ ਦੀ ਐਡੀਸ਼ਨ ਹੋ ਰਹੀ ਹੈ। ਜਿਵੇਂ ਔਰ ਲਿਖਾਂਗੇ ਆਪਾਂ 1 + 5 = 6। ਅਲਟੀਮੇਟਲੀ 3 ਨੰਬਰ ਆਪਾਂ ਜੋੜ ਰਹੇ ਹਾਂ। ਜੇ ਤਿੰਨੇ ਆਪਾਂ ਨੰਬਰ ਜੋੜਾ, ਨੰਬਰ ਤਾਂ ਸੇਮ ਹੀ ਨੇ, ਜਿਵੇਂ ਉਰੇ A B C ਆ, ਉਰੇ ਵੀ A B C ਆ। ਜੇ ਤਿੰਨੇ ਸੇਮ ਨੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਤਾਂ ਬਰਾਬਰ ਹੀ ਆਊਗਾ ਆਂਸਰ ਐਡੀਸ਼ਨ ਵਾਸਤੇ। ਤਾਂ ਸਿੱਧੀ ਕਹਿ ਸਕਦੇ ਹਾਂ ਆਪਾਂ ਕਿ ਫॉर ऑल A B C ਬਿਲੋਂਗਸ ਟੂ ਨੈਚੁਰਲ ਨੰਬਰ
ਸਾਰਿਆਂ ਵਾਸਤੇ ਇਹ ਬਰਾਬਰ ਹੋਣਗੇ ਹਮੇਸ਼ਾ, ਬਿਕੋਜ਼ ਇਹ ਵੀ ਨੰਬਰ ਸੇਮ ਹੀ ਨੇ, ਇਹ ਵੀ ਨੰਬਰ ਸੇਮ ਕਰਤਾ ਆਪਾਂ ਐਡੀਸ਼ਨ ਰਹੇ ਆ। ਅਲਟੀਮੇਟਲੀ ਚਾਹੇ ਆਹ ਦੋ ਐਡ ਕਰ ਲਓ ਪਹਿਲਾਂ, ਚਾਹੇ ਆਹ ਦੋ ਐਡ ਕਰ ਲਓ, ਅਲਟੀਮੇਟਲੀ ਮੈਂ ਲਾਸਟ ਵਿੱਚ ਜਾ ਕੇ ਤਾਂ ਤਿੰਨਾਂ ਦੀ ਐਡੀਸ਼ਨ ਹੀ ਹੋਊਗੀ। ਜਿੰਨਾ ਐਡੀਸ਼ਨ ਹੋਊਗੀ ਤਾਂ ਆਪਾਂ ਕਹਿ ਸਕਦੇ ਕਿ ਤਿੰਨੇ ਬਰਾਬਰ ਹੋਣਗੇ ਹਮੇਸ਼ਾ। ਇਸ ਕਰਕੇ ਐਸਟੀਡੀ ਪ੍ਰੋਪਰਟੀ ਦੇ ਵਿੱਚ ਹੋਲਡ ਕਰ ਗਈ। ਇੱਕ ਐਗਜ਼ਾਮਪਲ ਆਪਾਂ ਹੋ ਲੈਣੇ ਜਿਹਦੇ 'ਚ ਆਪਾਂ ਲੱਗ ਜੇ ਪਤਾ ਕਿ ਐਸਟੀਡੀ ਪ੍ਰੋਪਰਟੀ ਹੋਲਡ ਨਹੀਂ ਕਰਦੀ, ਉਵੇਂ ਪਹਿਲਾਂ ਵਾਂਗੂ ਆ। ਇਹ ਲੈ ਰਹੇ ਆਪਾਂ ਐਗਜ਼ਾਮਪਲ, ਨੈਚੁਰਲ ਨੰਬਰ ਨੇ, ਆਪਰੇਸ਼ਨ ਜਿਹੜਾ ਹੈਗਾ ਆਪਾਂ ਉਰੇ ਸਬਟਰੈਕਸ਼ਨ ਲਿਆ, ਉਵੇਂ ਚੈੱਕ ਕਰਨਾ ਆਪਾਂ ਨੇ। ਜੋ ਲੈਟ ਕਰ ਲਿਆ ਆਪਾਂ ਨੇ A B C, 3 ਨੈਚੁਰਲ ਨੰਬਰ 'ਚ ਲਏ ਆਪਾਂ ਨੇ। ਇਹ ਚੈੱਕ ਕਰਨਾ ਕਿ A + B + C, A + B + C ਇਹ ਇਕੁਅਲ ਆ ਰਹੇ ਨੇ ਫॉर ਆਲ A B C ਬਿਲੋਂਗਸ ਟੂ ਨੈਚੁਰਲ ਨੰਬਰ। ਇਹ ਚੈੱਕ ਕਰਨਾ ਕਿ ਤਿੰਨੇ ਵਾਸਤੇ ਇਕੁਅਲ ਆ ਰਹੇ ਨੇ। ਜੇ ਇਕੁਅਲ ਆ ਗਏ ਫਿਰ ਆਪਾਂ ਕਹਾਂਗੇ ਪ੍ਰੋਪਰਟੀ ਹੋਲਡ ਕਰ ਰਹੀ ਆ। ਹੁਣ ਇਹ ਗੱਲ ਚੈੱਕ ਕਰੀਏ, ਹੁਣ ਆਪਰੇਸ਼ਨ ਸਬਟਰੈਕਸ਼ਨ ਆ, ਜੇ ਆਪਾਂ ਚੈੱਕ ਕਰੀਏ ਇਹ ਹੈ ਕੀ ਹੈ, ਰਫ 'ਚ ਚੈੱਕ ਕਰ ਲੈਣੇ ਕਿ ਉਰੇ ਆਪਰੇਸ਼ਨ ਸਬਟਰੈਕਸ਼ਨ ਆਉਣਾ ਸੀ, ਆਪਰੇਸ਼ਨ ਦੇ ਸਬਟਰੈਕਸ਼ਨ ਆਪਣੇ ਕੋਲ ਇਥੋਂ ਦੇਖ ਕੇ ਲੱਗ ਵੀ ਰਿਹਾ ਹੋਊਗਾ ਪਤਾ ਕਿ ਉਰੇ A - B - C ਇਹ ਆਹ ਚੀਜ਼ ਬਣ ਰਹੀ ਆ, ਅਤੇ ਇਹ ਚੀਜ਼ ਬਣੇਗੀ A - B + C ਬਣੇਗੀ। ਤਾਂ ਹੋਰ ਚੀਜ਼ ਆ, ਹੋਰ ਚੀਜ਼ ਆ, ਇਕੁਅਲ ਤਾਂ ਨਹੀਂ ਹੋਣਗੇ। ਜਿਵੇਂ ਆਪਾਂ ਐਗਜ਼ਾਮਪਲ ਲੈ ਲੈਣੇ, ਚਲੋ ਜਿਵੇਂ 1 2 3 ਨੰਬਰ ਲੈ ਲਿਆ ਆਪਾਂ ਨੈਚੁਰਲ ਨੰਬਰ 'ਚ, 1 - 2 - 3। ਇੱਕ ਇਹ ਚੈੱਕ ਕਰਨਾ, ਇੱਕ 1 - 2 - 3 ਇਕੁਅਲ ਨੇ, ਇਹ ਚੈੱਕ ਕਰਨਾ। ਹੁਣ ਦੇਖੀਏ ਫਿਰ ਆਪਾਂ ਨੂੰ ਅਲੱਗ ਸੋਲਵ ਕੀਤਾ, ਇਹ ਬਣੇਗਾ -1 - 3, ਇਹ -4 ਆ ਗਿਆ, ਇਹ ਬਣੇਗਾ 1 + 1 ਇਹ 2। ਇਕੁਅਲ ਨਹੀਂ ਆ ਰਹੇ, ਇਹ ਇਕੁਅਲ ਨਹੀਂ ਹੈਗੇ। ਜੇ ਸਾਰਿਆਂ ਵਾਸਤੇ ਇਕੁਅਲ ਆਊਗਾ ਤਾਂ ਆਪਾਂ ਕਹਾਂਗੇ ਪ੍ਰੋਪਰਟੀ ਹੋਲਡ ਕਰਦੀ ਆ, ਪਰ ਜੇ ਇਹਦੇ ਵਾਸਤੇ ਇੱਕ ਵਾਸਤੇ ਨਹੀਂ ਆ ਰਿਹਾ ਤਾਂ ਸਾਰੇ ਵਾਸਤੇ ਥੋੜ੍ਹੀ ਕਹਾਂਗੇ ਆਪਾਂ ਕਿ ਸਾਰੇ ਵਾਸਤੇ ਆ ਰਿਹਾ। ਜੇ ਇੱਕ ਵਾਸਤੇ ਨਹੀਂ ਆ ਰਿਹਾ ਤਾਂ ਆਪਾਂ ਕਹਾਂਗੇ ਕਿ ਫॉर ਆਲ ਨਹੀਂ ਕਹਿ ਸਕਦੇ ਆਪਾਂ। ਜਿਹੜੇ ਫॉर ਆਲ ਨਹੀਂ ਕਹਿ ਸਕਦੇ ਹੈਗੇ ਤਾਂ ਆਪਾਂ ਕਹਾਂਗੇ ਕਿ ਇਹ ਪ੍ਰੋਪਰਟੀ ਹੋਲਡ ਨਹੀਂ ਕਰਦੇ, ਇਕੁਅਲ ਨਹੀਂ ਆ ਰਹੀ। ਇਹ ਦੁਬਾਰਾ ਗੱਲ ਦੇਖ ਲਓ ਕਿਵੇਂ ਕਹਿ ਰਹੇ। ਹੁਣ ਇਹ ਐਗਜ਼ਾਮਪਲ ਵਾਸਤੇ ਇਹ ਬਰਾਬਰ ਨਹੀਂ ਹੈਗੇ, ਕੀ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਰਿਆਂ ਵਾਸਤੇ ਬਰਾਬਰ। ਐਗਜ਼ਾਮਪਲ ਲੈ ਤਾਂ ਲਈ ਆਪਾਂ ਨੇ ਕਿ ਬਰਾਬਰ ਨਹੀਂ ਆ ਰਹੇ, ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰਿਆਂ ਵਾਸਤੇ ਬਰਾਬਰ ਹੈ। ਜੇ ਸਾਰਿਆਂ ਵਾਸਤੇ ਬਰਾਬਰ ਹੋਊਗਾ ਤਾਂ ਆਪਾਂ ਕਹਾਂਗੇ ਐਸਟੀਡੀ ਪ੍ਰੋਪਰਟੀ ਹੋਲਡ ਕਰਦੀ ਆ, ਪਰ ਇਹ ਸਾਰਿਆਂ ਵਾਸਤੇ ਬਰਾਬਰ ਨਹੀਂ ਆ ਰਿਹਾ ਹੈਗਾ, ਇਸ ਕਰਕੇ ਇਹ ਪ੍ਰੋਪਰਟੀ ਹੋਲਡ ਨਹੀਂ ਕਰ ਰਹੀ ਹੈਗੀ। ਇਸ ਕਰਕੇ ਐਸਟੀਡੀ ਪ੍ਰੋਪਰਟੀ ਦੇ ਵਿੱਚ ਹੋਲਡ ਨਹੀਂ ਕਰੇਗੀ। ਇੱਕ ਟੌਪਿਕ, ਇੱਕ ਤੀਜਾ ਪਾਰਟ ਕਰਨਾ ਆਪਾਂ ਇਹ 'ਚ। Existence of identity element। Existence of identity element ਇਹ ਹੁੰਦਾ ਕਿਵੇਂ, ਪਹਿਲਾਂ ਲਿਖ ਲੈਂਦੇ ਆਪਾਂ। ਲੈਟ ਕਰ ਲਿਆ ਆਪਾਂ ਨੇ ਇਹ ਕੋਈ G ਵਿੱਚੋਂ ਐਲੀਮੈਂਟ ਆ, ਦੈਨ there exist E belongs to G such that A star E is equals to A equals to E star A for all A belongs to G। ਇਹ ਥੋੜਾ ਜਿਹਾ ਸਮਝਣ ਵਾਲਾ ਹੈਗਾ ਕਿ ਇਹ ਲਿਖਿਆ ਕੀ ਹੈ। ਇਹਨੂੰ ਸਮਝਾਉਣ ਤੋਂ ਪਹਿਲਾਂ ਮੈਂ ਐਗਜ਼ਾਮਪਲ ਲੈ ਲੈਣਾ। ਜਿਵੇਂ ਆਪਾਂ ਐਗਜ਼ਾਮਪਲ ਲੈਣੀ ਹੈ G ਸੈਟ ਉਰੇ ਨੈਚੁਰਲ ਨੰਬਰ 1 2 3 4 ਇਹ ਚੱਲੀ ਜਾ ਰਿਹਾ, ਅਤੇ ਜਿਹੜਾ ਆਪਰੇਸ਼ਨ ਹੈਗਾ ਆਪਣੇ ਕੋਲ ਉਹਦੇ ਐਡੀਸ਼ਨ ਦਾ ਆਪਰੇਸ਼ਨ। ਆਪਾਂ ਨੇ ਆਇਡੈਂਟੀਟੀ ਐਲੀਮੈਂਟ ਦੇਖਣਾ ਕਿ ਐਗਜ਼ਿਸਟ ਕਰ ਰਿਹਾ ਸੈੱਟ ਵਿੱਚ ਕਿ ਨਹੀਂ।
चलो है की है ई नूं कहांगे आपां जिहड़ा उरे ई है वेयर ई इज़ कॉल्ड वेयर ई इज़ आइडेंटिटी एलीमेंट। ई आइडेंटिटी एलीमेंट है वो देखो ध्यान ए चीज़ मैं लिख रहा चलो लैट कर लिया आपां ए नैचुरल नंबर दे विच फिर ए प्लस ऑपरेशन उरे प्लस आ गया ई छड्ड देने आपां चलो ए इक्वल टू प्लस ए आपां ने ए वाला एलीमेंट कढना ई आपां इदां फाइंड करना हैगा कि अपने कोल ऐड करके ए प्लस ए करिए ये भी ए आवे चाहे राइट तो ऐड कर लीए चाहे लैफ्ट तो ऐड कर लीए जे आंसर हमेशा ए बनता हैगा तो वो नंबर जिहड़ा होगा उन्होंने आइडेंटिटी कहांगे आपां। चलो हो समझ लिए आपां ध्यान नाल पहला करना की आपां ने आइडेंटिटी एलीमेंट की हुंदा आइडेंटिटी एलीमेंट एक अजिहा एलीमेंट हुंदा ई कि जिन्ने भी जी विच एलीमेंट ने वो सारे वास्ते चाहे राइट तो आप ऑपरेट कर लीए तो भी ए बने आंसर चाहे एलीमेंट के लैफ्ट तो ऑपरेट कर लीए लैफ्ट वाले पासे लैफ्ट तो ऑपरेट कर लीए तो भी आंसर अपना ए ही बने तो आइडेंटिटी एलीमेंट कहांगे तो देखना ने आप हुण ये देखो कि मैं किसी नंबर के विच की ऐड करा कि सेम आवे आंसर इदां आप आइडेंटिटी एलीमेंट कढांगे फिलहाल तो फिलहाल आप सौ क्वेश्चन होर भी करांगे फिर समझ आ जाऊगा होर ए विच आपां की ऐड करिए कि अपने कोल आंसर जिहड़ा हैगा ए आवे मतलब हुण लग रहा कि जीरो ऐड करा मेरे विच चाहे राइट तो ऐड कर लो चाहे लैफ्ट तो ऐड कर लो ये लैफ्ट वाले पासे लैफ्ट तो ऐड किया राइट तो ऐड किया जिधरों मर्जी ऐड कर लो आंसर जिहड़ा हैगा अपना वो ए बनदा तो जिहड़ा आपां एलीमेंट ऐड किया हैगा जिहदे नाल आंसर सेम आवे यह एलीमेंट नूं आपां आइडेंटिटी एलीमेंट कहांगे। आइडेंटिटी एलीमेंट मतलब की हो गया आइडेंटिटी एलीमेंट की होंदा ऑपरेशन जिहड़ा मर्जी होवे चाहे राइट तो ऑपरेट कर लीए राइट वाले पासे ए दे ई ए लैफ्ट वाले पासे चाहे राइट तो ऑपरेट कर लीए चाहे आप लैफ्ट तो ऑपरेट कर लीए जिहड़ा अपना आंसर आ जे ए बन गया तो उन्होंने आइडेंटिटी एलीमेंट कहांगे आप तो उरे जीरो की बन गया अपने को आइडेंटिटी एलीमेंट बन गया राइट तो ऑपरेट करांगे जीरो आ गया लैफ्ट तो ऑपरेट करांगे तो भी सेम आ रहा आंसर ए बनता अपने को तो इन्होंने कहांगे आइडेंटिटी एलीमेंट। थोड़ा जिहा होर देखने वास्ते एक एग्जाम्पल हो ले लेने आप सेम नैचुरल नंबर ने ऑपरेशन जिहड़ा हैगा और मल्टीप्लाई का लै रहे ऑपरेशन मल्टीप्लाई का ऑपरेशन आपां भी लैट कर लिया ए नैचुरल नंबर दे विच हुण ए विच आपां की मल्टीप्लाई करिए कि आंसर राइट तो मल्टीप्लाई करे तो भी ए आवे लैफ्ट तो मल्टीप्लाई करे तो भी ए आवे उरे की आपां मल्टीप्लाई करिए कितना मल्टीप्लाई करिए फॉर ऑल सारे वास्ते सेम आ फॉर ऑल सारे वास्ते हो ये लग ही रहा कि मल्टीप्लाई दे विच 1 आ जी जे 1 मल्टीप्लाई करांगे ए इंटू 1 करांगे तो भी ए आऊगा जे 1 इंटू ए करांगे तो भी वो ए ही आऊगा ये आपां लग रहा पता तो जिहड़े नंबर नाल आपां राइट तो मल्टीप्लाई कर लीए जो लैफ्ट तो मल्टीप्लाई कर लीए आंसर सेम आवे उन्होंने आइडेंटिटी एलीमेंट कहांगे जिवें 1 जिहड़ा होऊगा अपने कोल उरे आइडेंटिटी एलीमेंट हो आइडेंटिटी एलीमेंट होगा 1 अपने को। चलो शायद उम्मीद है कि समझ आ गया हो तुहानूं कि एक अजिहा नंबर आ एक अजिहा नंबर आ जो राइट तो ऑपरेट किया ऑपरेट बोल रहा मैं इसनूं उरे एडिशन बोल रहा राइट तो ऑपरेट करिए चाहे लैफ्ट तो ऑपरेट करिए आंसर सेम दवे वो नंबर नूं आपां आइडेंटिटी एलीमेंट कहांगे जिवें उरे जीरो आ उरे आइडेंटिटी एलीमेंट की अपने कोल 1 हुण जिहड़ी मेन गल आइडेंटिटी एलीमेंट निकलता गया कि यह एग्जिस्ट मतलब कि सैट विच एग्जिस्ट करता ये भी चैक करना आपां कि आइडेंटिटी एलीमेंट सैट विच है एग्जिस्टेंस चैक करना कि सैट विच एग्जिस्ट कर रहा है आइडेंटिटी एलीमेंट ये चैक करना आपां जिवें आइडेंटिटी एलीमेंट उरे आ ता गया जीरो
कि ये जीरो सैट किहड़ा हो रहा नैचुरल नंबर, कि जीरो नैचुरल नंबर दे विच है, ये चैक करना। जे तो है फिर आप कहांगे आइडेंटिटी एलीमेंट एग्जिस्ट कर गया। हुण देखो जीरो सैट विच नहीं हैगा बिकॉज जीरो जिहड़ा हैगा ये कुछ भी नहीं हैगा, ना नैगेटिव आ ना पॉजिटिव आ, ये कले पॉजिटिव आएंगे, जीरो नैचुरल नंबर नहीं होंदा हैगा, इस करके जिहड़ा जीरो हैगा वो सैट विच एग्जिस्ट नहीं कर रहा। जे सैट विच एग्जिस्ट नहीं कर रहा हैगा तो आप कहांगे कि आइडेंटिटी एलीमेंट है तो है, चलो कोई गल नहीं, आइडेंटिटी एलीमेंट डज नॉट एग्जिस्ट इन एन, ये एन विच नहीं आ रहा, जी मेन इंपोर्टेंट गल। पहला आप एक अजिहा एलीमेंट लभना कि राइट तो ऑपरेट कर लीए चाहे लैफ्ट तो ऑपरेट कर लीए, आंसर सेम आवे। फिर ये भी चैक करना कि आप एलीमेंट कढ़िया हैगा कि वह सैट दे विच है, जे सैट विच हैगा फिर आप कहांगे आइडेंटिटी एलीमेंट एग्जिस्ट इन एन, जे नहीं हैगा तो आप कहांगे डज नॉट एग्जिस्ट इन एन। जिवें आ देख लो आइडेंटिटी इस केस 1 तो निकल गया अपने को, जे आइडेंटिटी एलीमेंट निकल गया अपने को फिर आप चैक करना सैट विच आ रहा, हाँ इस केस 1 सैट विच आ रहा हैगा, तो इस केस कहांगे आइडेंटिटी एलीमेंट एग्जिस्ट इन एन, जो आइडेंटिटी एलीमेंट ऑफ एन विच एग्जिस्ट कर रहा है। हुण थोड़े दिमाग 'ਚ ये गल आ रही होगी शायद कि ये तो एको चीज़ है, जिस तरह मर्जी ऐड चाहे ए प्लस जीरो कर लो चाहे जीरो प्लस ए कर लो, कि ये दो पार्ट क्यों बनाने, आप इदा कला ये क्यों नहीं पाया, क्यों ये तो एको चीज़ है, ए प्लस जीरो जीरो प्लस एको चीज़ आ, कोई फर्क तो है नहीं, फिर दो अलग अलग चीज़ा क्यों देख रहे, जिवें उरे भी देखी आप कि ये एको चीज़ आ, ये अलग अलग क्यों देख रहे आप। तो कई ऑपरेशन अजिहे होंगे जिन्होंने वास्ते एको चीज़ नहीं होंगी, ये अलग होंदा ये अलग होंदा, तो ये अलग अलग देखने आपने। जिवें एक सिंपल एग्जाम्पल लै लवां 1 - 2 तो 2 - 1 एको चीज़ तो नहीं है ना, ये अलग है अलग, मतलब नंबर अगे पिछे करन नाल ਉਹਦਾ ਉਹਦੇ ਦਾ ਬਾਈ ਚਾਂਸ ਆ ਕਿ ਐਡੀਸ਼ਨ ਵਿੱਚ ਜੇ ਆਪਾਂ ਨੰਬਰ ਅੱਗੇ ਪਿੱਛੇ ਕਰਾਂਗੇ, ਅੱਗੇ ਪਿੱਛੇ ਕੀਤੇ ਦੇਖੋ ਜ਼ੀਰੋ ਅੱਗੇ ਕਰਤਾ, ਅੱਗੇ ਪਿੱਛੇ ਕਰਾਂਗੇ ਨੰਬਰ ਫਿਰ ਫਰਕ ਨਹੀਂ ਪੈ ਰਿਹਾ, ਮਲਟੀਪਲੀਕੇਸ਼ਨ ਵਿੱਚ ਫਰਕ ਨਹੀਂ ਪੈ ਰਿਹਾ, ਪਰ ਕਈ ਆਪਰੇਸ਼ਨ ਅਜਿਹੇ ਹੁੰਦੇ ਨੇ ਕਿ ਫਰਕ ਪੈਂਦਾ ਹੁੰਦਾ, ਇਹਦਾ ਆਂਸਰ ਕੁਛ ਹੋਰ ਆਊਗਾ, ਇਹਦਾ ਆਂਸਰ ਕੁਛ ਹੋਰ ਆਊਗਾ। ਤਾਂ ਇਹ ਦੋਨੇ ਗੱਲਾਂ ਚੈੱਕ ਕਰਨੀਆਂ ਆਪਾਂ, ਇਹ ਦੋਨੇ ਗੱਲਾਂ ਕਰਕੇ ਇਹ ਬਣਦਾ ਕਿ ਨਹੀਂ ਬਣਦਾ। ਸੋ ਦੇਖੋ ਪਹਿਲੀ ਐਗਜ਼ਾਮਪਲ ਕੀ ਲਈ ਆਪਾਂ ਆਇਡੈਂਟੀਟੀ ਐਲੀਮੈਂਟ ਵਾਸਤੇ, ਪਹਿਲੀ ਐਗਜ਼ਾਮਪਲ ਆਪਾਂ ਲਈ ਹੈਗੀ ਆ कि आइडेंटिटी एलीमेंट निकल तो रहा जीरो पर सैट में एग्जिस्ट नहीं कर रहा। दूजी एग्जाम्पल आप ली हैगी आ कि आइडेंटिटी एलीमेंट निकल भी रहा सैट में भी एग्जिस्ट कर रहा। एक एग्जाम्पल आप होर लैनी आ कि यह आइडेंटिटी एलीमेंट निकल भी नहीं सकता, मतलब आइडेंटिटी एलीमेंट तो निकल गया फाइंड हो गया, फिर आप चैक किया सैट में आ रहा कि नहीं आ रहा। कई एग्जाम्पल अजिहियां होणगीਆਂ जिन्हां 'च आइडेंटिटी एलीमेंट डज नॉट एग्जिस्ट होगा। जिवें एक एग्जाम्पल लै लईए आप इदा साइड पे कर देना, जिमें एग्जाम्पल लईए आप तीजी नैचुरल नंबर ने ऑपरेशन आप सबट्रैक्शन वाले विच कोई नंबर आ मान लो ए विच आपां की सबट्रैक्ट करें कि ए आवे आंसर फॉर ऑल ए बिलोंग्स टू नैचुरल नंबर, ये नंबर आपां लभना है, एदा अते एदा तिन्ना आंसर बराबर हो गए, हुण नंबर लभ्या नहीं जाना उरे। ये आप अगे पढ़ांगे, ये चीज़ फाइंड करते दो तरीके होंगे, तो एक तो हिट एंड ट्रायल मैथड होंदा। हिट एंड ट्रायल मैथड की होंदा कि आपां ये वैल्यू कट्टी नहीं डायरैक्ट भरीए, तो आपको पता कि ए विच आपां की ऐड करिए कि सेम आवे आंसर जीरो, वो हिट एंड ट्रायल नाल कढ लिया अपने। तो ऐ नहीं कि हिट एंड ट्रायल नाल हर एक क्वेश्चन निकलेगा, आप अगे क्वेश्चन करांगे कई प्रॉपर सॉल्व भी करने पैणगे आपां नूं, वो चो जिवें जिवें आपां करी जावांगे होर कंसैप्ट क्लीयर हो जाणगे। तो इहदे विच आपां की ऐड करिए, मैं जीरो करता मान लो सबट्रैक्ट सॉरी, हुण प्रॉब्लम ये है कि ये तो बनाता इन्हें ए, पर ये तो ए बनया नहीं है, सारे वास्ते चैक करना। जिवें आप एग्जाम्पल ली 1 - 0, ये तो 1 बन गया, 0 - 1 तो बराबर है नहीं, ये इक्वल है नहीं,
तो आप नंबर लीए उरे कि नंबर आप लीए कि अपना आंसर तिने बराबर होना अपने आंसर उरे कोई नंबर नहीं आना है कोई नंबर नहीं बनना मतलब कि अजिहा एलीमेंट कोई है ही नहीं जिहदे वास्ते जिहड़ी ये तिने बराबर हो तो आप कहांगे आइडेंटिटी एलीमेंट डज नॉट एग्जिस्ट इस केस आइडेंटिटी एलीमेंट एग्जिस्ट नहीं करना तो ये प्रॉपर्टी आप सही कदों कहांगे जे दोनों गल्लां होणगीਆਂ आइडेंटिटी एलीमेंट निकले भी निकल गया और जिमें और वन निकल गया एग्जिस्ट निकले अते सैट विच होवे वन निकल गया और वन आइडेंटिटी एलीमेंट सैट दे विच आ रहा है जे दोनों गल्लां होणगीਆਂ फिर आप कहांगे ये प्रॉपर्टी सैटिस्फाई हो रही है उरे निकल तो रहा पर सैट विच एग्जिस्ट नहीं कर रहा है सैट विच नहीं आ रहा इस करके प्रॉपर्टी होल्ड नहीं हो रही उरे निकल नहीं रहा है तो भी ये प्रॉपर्टी होल्ड नहीं हो रही जो दोनों गल्लां होणगीਆਂ तो ये कहांगे कि ये प्रॉपर्टी आइडेंटिटी एलीमेंट एग्जिस्ट इन एन ये प्रॉपर्टी होल्ड कर रही है तो आप कहांगे प्रॉपर्टी होल्ड करती है बाकी जिवें जिवें आप क्वेश्चन करांगे तुहानूं होर समझ आई जाऊगा तो आप अगे करते हैं इस तो बाद चौथी प्रॉपर्टी है वो लास्ट प्रॉपर्टी है चौथी प्रॉपर्टी है एग्जिस्टेंस ऑफ इनवर्स एलिमेंट एग्जिस्टेंस ऑफ इनवर्स एलिमेंट जिमें लेट का लेट ए बिलोंग्स टू जी देयर एग्जिस्ट बी बिलोंग्स टू जी सच दैट ए स्टार बी इक्वल्स टू ई इक्वल टू बी स्टार ए बस हुणे की है कि लिखा की है मैं एग्जाम्पल लै लैने पहला आप हुण एग्जाम्पल लै रहे हैं आप जिवें नैचुरल नंबर लए सी आपां ने 1 2 3 4 अप टू 100 ये नैचुरल नंबर ने अपने को ते ऑपरेशन आप मल्टीप्लाई लेने हुण तुहानूं लग रहा होगा पता कि उरे ई चाहिए आपां नूं तो पहला आप ई कड्डांगे ई आप कड्ढिया होगा इस तो पहला थर्ड प्रॉपर्टी विच इनवर्स एलीमेंट उरे आप ई कड्ढिया सीगा ई कितना आया इस केस अपना आइडेंटिटी एलीमेंट 1 आया सी वो कड्ढिया होया पहला आपने तो आप की चैक करना कि लैट कर लिया कि ए बिलोंग्स टू नैचुरल नंबर देख लो एक बार फिर समझ आ जाएगा कि ए दे विचों ऑपरेशन मल्टीपाई है मल्टीपाई आ गया ए नूं मैं किस नाल मल्टीपाई करा कि आंसर की आवे 1 जस्ट वैल्यू भर रहा ई 1 आ ये लभना अपने ऑपरेशन की आ मल्टीपाई आ ए विच आपां की मल्टीप्लाई करिए कि आंसर 1 आवे चाहे राइट तो मल्टीप्लाई कर लीए चाहे लैफ्ट तो मल्टीप्लाई कर लिया जो मर्जी एलीमेंट मल्टीप्लाई कर लिया आंसर अपने को 1 बने हुण ये देखना अपने हुण ए ना आपां की मल्टीप्लाई कर लग भी रहा होगा कि ए नूं जे आपां 1/a नाल मल्टीप्लाई करांगे तो ही कट हटा के 1 आंसर बनेगा हिट एंड ट्रायल तो ए नूं आपां 1/a नाल मल्टीप्लाई करांगे तो 1 बनूगा अपने को तो असीं करना की हैगा बी कढ़ना पहला ए एलीमेंट कढ़ना जिहड़ा ए एलीमेंट होगा बी इनू कहांगे आपां बी नूं कहांगे आपां इनवर्स एलीमेंट उरे बी कितना आ रहा इस केस 1/a यार ये दोबारा देख लेना थोड़ा जा ए नूं आपां कितना मल्टीप्लाई करिए जिवें कुछ नहीं सी और ए नूं किस नाल मल्टीप्लाई करिए आपां कि अपना आंसर 1 बने तो ए नूं आपां 1/a नाल मल्टीप्लाई करांगे तो ही अपना लग रहा कि 1 बने कट कटा के आंसर तो आइडेंटिटी एलीमेंट निकल गया सॉरी इनवर्स एलीमेंट निकल गया कि सैट विच आ रहा ये चैक करना आप इस तो बाद सैट विच एग्जिस्ट करता ये चैक करना इनवर्स एलीमेंट तो कढ़ लिया अपने
ਹੁਣ ਤੁਸੀਂ ਇਹ ਕਿਵੇਂ ਚੈੱਕ ਕਰੋਗੇ ਸੈੱਟ ਵਿੱਚ ਆ ਰਿਹਾ ਕਿ ਨਹੀਂ ਆ ਰਿਹਾ। ਜਿਸ ਨੂੰ ਏ ਬਾਰੇ ਪਤਾ ਹੋਊਗਾ ਤਾਂ ਹੀ ਬੀ ਲੱਗੂ ਪਤਾ ਬੀ ਹੈ ਕੀ ਹੈ। ਜਿਵੇਂ ਦੇਖੋ ਪਿੱਛੇ ਆਪਾਂ ਨੇ ਈ ਕੱਢਿਆ ਸੀ, E1 ਆਇਆ ਸੀਗਾ ਇਸੀ ਕੇਸ 'ਚ, ਤਾਂ 1 ਤਾਂ ਪਤਾ ਹੀ ਹੈ ਕਿ 1 ਨੈਚੁਰਲ ਨੰਬਰ ਹੋਊਗਾ, ਦੇਖਣਾ ਸੌਖਾ ਹੀ ਹੈ, ਨੈਚੁਰਲ ਨੰਬਰ ਹੈ ਠੀਕ। ਹੁਣ ਬੀ ਚੈੱਕ ਕਰਨਾ ਕਿ ਸੈੱਟ ਵਿੱਚ ਆ ਰਿਹਾ, ਆ ਲਿਖਿਆ ਆਪਾਂ ਨੇ ਸੈੱਟ ਵਿੱਚ ਹੋਣਾ ਚਾਹੀਦਾ। ਜੇ ਸੈੱਟ ਵਿੱਚ ਆ ਰਿਹਾ, ਸੈੱਟ ਵਿੱਚ ਕਿਵੇਂ ਚੈੱਕ ਕਰਾਂਗੇ ਆਪਾਂ, ਬੀ ਤਾਂ ਪਤਾ ਹੀ ਨਹੀਂ ਆਪਾਂ ਨੂੰ। ਬੀ ਦਾ ਤਾਂ ਲੱਗੂ ਪਤਾ ਨਾ ਜੇ ਏ ਪਤਾ ਹੋਵੇ। ਜਿਵੇਂ ਮੈਂ ਐਗਜ਼ਾਮਪਲ ਲੈ ਰਿਹਾ, ਏ ਨੂੰ 1 ਭਰਤਾ ਤਾਂ ਬੀ ਲੱਗ ਗਿਆ ਪਤਾ B1। ਹੁਣ ਚੈੱਕ ਕਰ ਸਕਦਾ ਕਿ ਨੈਚੁਰਲ ਨੰਬਰ ਇਹਦੇ ਵਿੱਚ ਆ ਰਿਹਾ ਕਿ ਨਹੀਂ ਆ ਰਿਹਾ। ਏ ਨੂੰ 2 ਭਰਤਾ ਆਪਾਂ ਨੇ, ਏ 2 ਭਰਿਆ ਉਰੇ 1/2 ਆ ਗਿਆ। ਹੁਣ ਆਪਾਂ ਚੈੱਕ ਕਰ ਸਕਦੇ ਨੈਚੁਰਲ ਨੰਬਰ ਦੇ ਵਿੱਚ ਆ ਰਿਹਾ ਕਿ ਨਹੀਂ ਆ ਰਿਹਾ। ਮਤਲਬ ਜੇ ਆਪਾਂ ਏ ਭਰਾਂਗੇ ਤਾਂ ਹੀ ਆਪਣੇ ਕੋਲ ਇਹ ਕਨਫਰਮ ਹੋਊਗਾ ਕਿ ਨੈਚੁਰਲ ਨੰਬਰ ਹੈ ਕਿ ਨਹੀਂ ਹੈ। ਹੁਣ ਏ ਭਰ ਕੇ ਦੇਖੋ ਅਸੀਂ, ਏ ਕੀ ਆ, ਏ ਕਿਸ 'ਚੋਂ ਮੰਨਿਆ ਆਪਾਂ ਨੈਚੁਰਲ ਨੰਬਰ ਦੇ ਵਿੱਚੋਂ। ਏ ਨੂੰ 1 ਭਰੋ ਪਹਿਲਾਂ। ਜੇ ਏ ਨੂੰ 1 ਭਰਿਆ ਆਪਾਂ ਨੇ ਤਾਂ ਬੀ ਕਿੰਨਾ ਆ ਗਿਆ 1, ਇਹ ਨੈਚੁਰਲ ਨੰਬਰ ਆ ਠੀਕ ਆ, ਇਨਵਰਸ ਐਲੀਮੈਂਟ ਐਗਜ਼ਿਸਟ ਕਰ ਗਿਆ। ਪਰ ਦੇਖਣ ਵਾਲੀ ਗੱਲ ਆ ਉਰੇ, ਜੇ ਏ ਨੂੰ ਆਪਾਂ 2 ਭਰੀਏ ਤਾਂ ਬੀ 1/2, 1/2 ਨੈਚੁਰਲ ਨੰਬਰ ਨਹੀਂ ਹੈ, 1/2 0.5 ਹੁੰਦਾ ਨੈਚੁਰਲ ਨੰਬਰ ਨਹੀਂ ਹੈ। ਜੇ ਏ ਨੂੰ ਆਪਾਂ 3 ਭਰੀਏ ਤਾਂ ਬੀ ਕਿੰਨਾ ਆ ਗਿਆ 1/3, ਇਹ ਵੀ ਆਪਣੇ ਕੋਲ ਨੈਚੁਰਲ ਨੰਬਰ ਨਹੀਂ ਹੈਗਾ। ਜੇ ਏ ਨੂੰ 4 ਭਰੀਏ ਬੀ ਕਿੰਨਾ ਆ ਗਿਆ 1/4, ਇਹ ਵੀ ਆਪਣੇ ਕੋਲ ਨੈਚੁਰਲ ਨੰਬਰ ਨਹੀਂ ਹੈਗਾ। ਬਾਕੀ ਜਿਹੜੀ ਮਰਜ਼ੀ ਵੈਲਿਊ ਭਰ ਲਓ ਲੱਗ ਹੀ ਜਾਊਗਾ ਪਤਾ 5, 6, 7, 8, 9 ਬਟਾ ਵਿੱਚ ਆਊਗਾ। ਬਟਾ ਵਿੱਚ ਜਿਹੜੇ ਹੁੰਦੇ ਨੈਚੁਰਲ ਨੰਬਰ ਨਹੀਂ ਹੁੰਦੇ ਹੈਗੇ। ਤਾਂ ਇਹ ਹੈ ਕੀ ਆ, ਆਪਾਂ ਨੇ ਇਹ ਚੈੱਕ ਕਰਨਾ ਹੈਗਾ ਇਹਦੇ ਵਿੱਚ ਕਿ ਸਾਰਿਆਂ ਦਾ ਇਨਵਰਸ ਐਲੀਮੈਂਟ ਐਗਜ਼ਿਸਟ ਕਰਦਾ ਸੈੱਟ ਵਿੱਚ, ਸਾਰਿਆਂ ਦਾ। ਉਰੇ ਸਿਰਫ ਇਕੱਲਾ 1 ਦਾ ਇਨਵਰਸ ਐਲੀਮੈਂਟ ਸੈੱਟ ਵਿੱਚ ਐਗਜ਼ਿਸਟ ਕਰ ਰਿਹਾ, ਨਾ 2 ਦਾ ਕਰ ਰਿਹਾ, ਨਾ 3 ਦਾ ਕਰ ਰਿਹਾ, ਨਾ 4 ਦਾ ਕਰ ਰਿਹਾ, ਕਿਸੇ ਦਾ ਵੀ ਹੋਰ ਬਾਕੀ ਕਿਸੇ ਦਾ ਵੀ ਐਗਜ਼ਿਸਟ ਨਹੀਂ ਕਰ ਰਿਹਾ। ਜੇ ਸਾਰਿਆਂ ਦਾ ਇਨਵਰਸ ਐਲੀਮੈਂਟ ਐਗਜ਼ਿਸਟ ਕਰੂਗਾ, ਸਾਰਿਆਂ ਦਾ, ਇਹ ਆਪਾਂ ਕੋਈ ਜਨਰਲ ਐਲੀਮੈਂਟ ਲਿਆ, ਜੇ ਸਾਰਿਆਂ ਦਾ ਇਨਵਰਸ ਐਲੀਮੈਂਟ ਐਗਜ਼ਿਸਟ ਕਰੂਗਾ ਤਾਂ ਆਪਾਂ ਕਹਾਂਗੇ ਇਹ ਪ੍ਰੋਪਰਟੀ ਹੋਲਡ ਕਰਦੀ ਆ। ਉਰੇ ਸਾਰਿਆਂ ਦਾ ਐਗਜ਼ਿਸਟ ਨਹੀਂ ਕਰ ਰਿਹਾ ਹੈਗਾ, ਸਿਰਫ ਇਕੱਲਾ 1 ਦਾ ਐਗਜ਼ਿਸਟ ਕਰ ਰਿਹਾ। ਹੇਅਰ ਓਨਲੀ ਇਨਵਰਸ ਆਫ 1 ਐਗਜ਼ਿਸਟ ਇਨ ਨੈਚੁਰਲ ਨੰਬਰ ਵਿੱਚ। ਦੁਬਾਰਾ ਬੋਲ ਰਹੇ ਹਾਂ ਕਿ 2 ਦਾ ਇਨਵਰਸ ਨਿਕਲਦਾ ਰਿਹਾ 1/2, ਪਰ ਆਪਾਂ ਇਹ ਵੀ ਚੈੱਕ ਕਰਨਾ ਕਿ ਸੈੱਟ ਵਿੱਚ ਐਗਜ਼ਿਸਟ ਕਰਦਾ, ਸੈੱਟ ਵਿੱਚ ਨਹੀਂ ਆ ਰਿਹਾ ਹੈਗਾ, ਨੈਚੁਰਲ ਨੰਬਰ ਦੇ ਵਿੱਚ ਨਹੀਂ ਆ ਰਿਹਾ। ਤਾਂ ਔਰ ਇਹ ਗੱਲ ਹੈ ਕਿ ਸਾਰਿਆਂ ਦਾ ਇਨਵਰਸ ਜਿਹੜਾ ਹੈਗਾ ਉਹ ਨਹੀਂ ਨਿਕਲ ਰਿਹਾ, ਸਿਰਫ ਇੱਕ ਦਾ ਆ ਰਿਹਾ। ਜੇ ਸਾਰਿਆਂ ਦਾ ਇਨਵਰਸ ਨਿਕਲੂਗਾ ਤਾਂ ਇਹ ਪ੍ਰੋਪਰਟੀ ਹੋਲਡ ਕਰੇਗੀ। ਉਰੇ ਸਿਰਫ ਇਕੱਲਾ 1 ਦਾ ਇਨਵਰਸ ਆ ਰਿਹਾ, ਹੋਰ ਕਿਸੇ ਦਾ ਇਨਵਰਸ ਨਹੀਂ ਆ ਰਿਹਾ। ਤਾਂ ਇੱਕ ਐਗਜ਼ਾਮਪਲ ਆਪਾਂ ਹੋਰ ਲੈ ਲੈਂਦੇ ਹਾਂ, ਫਿਰ ਤੁਹਾਨੂੰ ਹੋਰ ਸਮਝ ਆ ਜਾਊਗੀ। ਜੇ ਸਾਰਿਆਂ ਦਾ ਇਨਵਰਸ ਐਗਜ਼ਿਸਟ ਕਰਦਾ ਹੋਊਗਾ, ਉਹ ਮੈਂ ਲੈ ਰਿਹਾ ਐਗਜ਼ਾਮਪਲ ਇੱਥੇ ਸਾਈਡ 'ਤੇ ਕਰ ਦਿੰਦਾ। ਰੈਸ਼ਨਲ ਨੰਬਰਸ ਕਿਉਂ ਸਿੰਬਲ ਹੁੰਦਾ, ਇਹ ਤੁਹਾਨੂੰ ਧਿਆਨ ਦੇ ਵਿੱਚ ਹੋਊਗਾ। ਇਹ ਹੁੰਦੇ ਨੇ 2 ਡੈਫੀਨੇਸ਼ਨ ਨੇ, ਜਾਂ ਹੋਣ ਨੰਬਰ ਟਰਮੀਨੇਟਿੰਗ ਐਂਡ ਨੋਨ ਟਰਮੀਨੇਟਿੰਗ ਪਲਸ ਰਿਪੀਟਿੰਗ ਹੋਣ, ਜਾਂ P/Q ਦੀ ਫਾਰਮ ਦੇ ਵਿੱਚ ਨੰਬਰ ਹੋਣਾ। ਆਪਾਂ ਇੱਦਾਂ ਕਹਿ ਲਓ ਰੈਸ਼ਨਲ ਨੰਬਰ ਕਿਹੜੇ ਹੁੰਦੇ ਨੇ, ਜਿਹੜੇ P/Q ਦੀ ਫਾਰਮ ਦੇ ਨੰਬਰ ਹੁੰਦੇ ਨੇ, ਸੱਚ ਦੈਟ P ਅਤੇ Q ਦੋਨੇ ਇੰਟੀਜਰ ਹੁੰਦੇ ਨੇ ਅਤੇ Q ਜਿਹੜਾ ਹੈਗਾ ਉਹ ਨੋਨ ਜ਼ੀਰੋ ਹੁੰਦਾ। ਜਿਵੇਂ 1/2 P ਕਿੰਨਾ ਹੋ ਰਿਹਾ 1, Q ਕਿੰਨਾ ਹੈਗਾ 2, ਇਹ ਦੋਨੇ ਇੰਟੀਜਰ ਨੂੰ ਬਿਲੋਂਗ ਕਰਦੇ ਨੇ। ਇੰਟੀਜਰ ਕਿਹੜੇ ਹੁੰਦੇ ਨੇ, ਜਿਹਦੇ ਵਿੱਚ ਆਪਣੇ ਕੋਲ +9 ਨੈਗੇਟਿਵ ਪੋਜ਼ੀਟਿਵ ਅਤੇ 0 ਸਾਰੇ ਹੋਣ, ਉਹ ਇੰਟੀਜਰ ਹੁੰਦੇ ਨੇ ਆਪਣੇ। ਉਹ ਸਿੰਪਲ ਸਹੀ ਸਿੰਪਲ ਵੈਸੇ Z ਪਾ ਕੇ ਲਾਈਨ ਮਾਰਨੀ। ਚਲੋ ਰੈਸ਼ਨਲ ਨੰਬਰ ਜਿਹੜੇ ਬਟਾ ਦੀ ਫਾਰਮ ਦੇ ਵਿੱਚ ਹੋਣ ਆਪਣੇ ਕੋਲ। ਹੁਣ ਇਹ ਚੈੱਕ ਕਰਨਾ ਆਪਾਂ, ਇਹ ਫਿਰ ਇਹ ਮੈਂ ਰੱਬ ਕਰ ਦਿੰਦਾ ਉੱਪਰ ਵਾਲਾ। ਹੁਣ ਇਹ ਆਪਾਂ ਚੈੱਕ ਕਰਨਾ ਕਿ ਇਹਦੇ ਵਿੱਚ ਆਪਣੇ ਕੋਲ ਇਨਵਰਸ ਐਲੀਮੈਂਟ ਐਗਜ਼ਿਸਟ ਕਰਦਾ ਹੈਗਾ ਇਹਦੇ ਵਿੱਚ। ਹੁਣ ਇਨਵਰਸ ਵਾਸਤੇ ਆਪਾਂ ਦੇਖਿਆ ਆਪਾਂ ਨੂੰ ਆਇਡੈਂਟੀਟੀ ਚਾਹੀਦਾ, ਪਹਿਲਾਂ ਆਇਡੈਂਟੀਟੀ ਕੱਢਣਾ ਪਊਗਾ ਇਹਦਾ, ਤਾਂ ਹੀ ਇਨਵਰਸ ਨਿਕਲੂਗਾ। ਚਲੋ ਆਇਡੈਂਟੀਟੀ ਐਲੀਮੈਂਟ ਉਹ ਤੁਸੀਂ ਦੇਖ ਲਿਓ ਕਿ ਏ ਵਿੱਚ ਮੈਂ ਜਿਵੇਂ ਆਇਡੈਂਟੀਟੀ ਐਲੀਮੈਂਟ ਕੀ ਹੁੰਦਾ, ਆਪਾਂ ਏ ਕੋਈ Q 'ਚ ਲਿਆ,
ए विच आपां की मल्टीप्लाई करिए कि आंसर सेम आवे, चाहे राइट तो कर दिए चाहे लैफ्ट तो कर दिए, 1 ही होऊगा। वो चैक कर लिओ 1 जिहड़ा हैगा रैशनल नंबर दे विच आ रहा, तो आइडेंटिटी एलीमेंट एग्जिस्ट कर रहा। इस केस आइडेंटिटी एलीमेंट एग्जिस्ट कर गया। इस तो बाद इनवर्स एलीमेंट लैना आपां ने, तो लैट किया आपां ए क्यू दे विचों लैट कर लिया कि ए। हुण आपां ए विच देखना की मल्टीप्लाई करे कि अपने को आइडेंटिटी बने। आइडेंटिटी कितना कड्ढे आपां और 1 E1 इंटू ए कितना मल्टीप्लाई करिए। हूँ लग रहा होगा उवें पहला वांगू कि इनू आपां 1/a नाल मल्टीप्लाई कर दी। हूँ देखना ध्यान नाल कट के सेम। हूँ देखना कि 1/a जिहड़ा हैगा वो रैशनल नंबर होऊगा, इनवर्स एलीमेंट तो निकल गया। जिमें बी उरे 1/a ये होऊगा सारिਆਂ वास्ते। लग रहा होगा देख के कि हाँ 1 भरांगे, जे ए 1 होऊगा तो बी कितना होऊगा 1, ठीक है रैशनल नंबर। जे ए 2 होऊगा तो बी कितना होऊगा 1/2, ये भी रैशनल नंबर। सारे रैशनल नंबर लग रहे हैं पता। पर एक गल देखो ध्यान नाल, जे ए 0 हो गया, 0 भी रैशनल नंबर, तो इस केस बी कितना हो जाऊगा 1/0, 1/0 कितना इनफिनिटी, ये रैशनल नंबर नहीं है। जे सारे का इनवर्स एग्जिस्ट करूँगा तो आप कहांगे इनवर्स प्रॉपर्टी एग्जिस्ट करती हैगी। उरे फेज 0 का इनवर्स नहीं आ रहा है, 1/0 का एग्जिस्ट नहीं करता होंगे, तो उरे भी यही प्रॉपर्टी जी हैगी इनवर्स एलिमेंट एग्जिस्ट नहीं कर रहा है। तो प्रॉपर्टी मैं एग्जाम्पल बनाने वास्ते की कर रहा, मैं आ लै रहा जी Q0। Q0 की हैगा अपने को रैशनल नंबर ने सारे एक्सैप्ट 0, 0 नहीं है, मतलब ये Q0 मतलब पहला ए Q0 च लेना अपने, ये चेक करना। हूँ ए Q0 तो लिया तो ए 1 भर सकते, 2 भर सकते, 3 जो मर्जी भर सकते, पर Q0 दे विच 0 नहीं है, तुसीं ए नूं 0 नहीं भर सकते। तो आ चीज़ नहीं देखनी आपने कि वैल्यू भरनी है ए दी नॉन जीरो। हूँ नॉन जीरो वैल्यू जी मर्जी भर लो, 1/नॉन जीरो पक्का एग्जिस्ट करूँगा, तो वह की आऊगा 1 2 भरता ਜਾਂ 3 भरता अपने, ये सारे की होंगे पक्का अपने को रैशनल नंबर ही होंगे। मतलब कि यह B1/A एग्जिस्ट कर रहा सारे वास्ते, फॉर ऑल A बिलोंग्स टू Q0 सारे वास्ते। जे सारे वास्ते एग्जिस्ट कर गया फिर आप कहांगे कि इनवर्स एलीमेंट जोड़ा वो एग्जिस्ट कर रहा। चलो ये हूँ आप ओवरऑल देखिए, ओवरऑल आप 4 प्रॉपर्टीज़ की। मैं थोड़ा लिखदा फटाफट, ये मैं रब कर देना। बाकी नूमैरिकल्स जिवें जिवें आप नूमैरिकल्स करांगे तुहानूं होर समझाई जाऊगा। तो हम डेफिनेशन कर रहे हैं पूरी, आप डेफिनेशन की है, let G be a set and star be any binary operation। पहला क्लोजर प्रॉपर्टी, जी पहला लिखा सारा उमें लिख रहे हैं जी। लैट कर लिया अपने ए बी बिलोंग्स टू जी, ए स्टार बी बिलोंग्स टू जी फॉर ऑल ए बी बिलोंग्स टू जी, ये क्लोजर प्रॉपर्टी है। देयरफॉर सेकंड एसोसिएटिव प्रॉपर्टी, उमें लैट किया अपने ए बी सी बिलोंग्स टू जी, ए स्टार बी स्टार सी, ए स्टार बी स्टार सी फॉर ऑल ए बी सी बिलोंग्स टू जी। तीजा हैगा अपने को एग्जिस्टेंस ऑफ
identity element, let A belongs to G, there exists E belongs to G such that A star E equals to A equals to E star A for all A belongs to G. चौथा हैगा एग्जिस्टेंस ऑफ इनवर्स एलिमेंट, लेट A belongs to G, there exist B belongs to G such that A star B is equals to E equals to B star A. इत्थे लिख लियो कि E is identity element, इत्थे B is inverse of A. Identity element in G, B is inverse of A belongs to G. जिस सैट दे विच ये चारे प्रॉपर्टीज़ होल्ड करन उस सैट का नाम होगा ग्रुप। Then G is called group under binary operation star। मैं क्वेश्चन आप नैक्सट टाइम करांगे। ये चारे प्रॉपर्टी सैटिस्फाई कराने, चारे प्रॉपर्टी सैटिस्फाई हो गया तो जी ਨੂੰ ਆਪਾਂ ग्रुप कहांगे अंडर बाइनरी ऑपरेशन स्टार। जे एक भी गलत होगी तो आप कहांगे ये ग्रुप नहीं है। ये ਲੈਕਚਰ ਦੇ ਰਿਕਾਰਡਿੰਗ ਜਿਸ ਨੂੰ ਕੋਈ ਪ੍ਰੋਬਲਮ ਹੈਗੀਆਂ ਤੁਸੀਂ WhatsApp ਗਰੁੱਪ 'ਤੇ ਸ਼ੇਅਰ ਕਰ ਸਕਦੇ ਹੋ ਜਾਂ ਜੋ ਨੀਚੇ ਕਮੈਂਟ ਨੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ। ਥੈਂਕ ਯੂ।